ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। ਸਰਦਾਰ ਜਸਵੀਰ ਸਿੰਘ ਪੱਟੀ ਹਾਜ਼ਰ ਨੇ। ਪੱਟੀ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਕੈਨੇਡਾ ਡੇ ਦੀ ਬਹੁਤ ਸਾਰੀਆਂ ਬੈਸਟ ਵਿਸ਼ੇਸ਼, ਕਿਉਂਕਿ ਹੁਣ ਤਾਂ ਸ਼ਾਮਾਂ ਪੈ ਗਈਆਂ ਨੇ, 35 ਮਿੰਟ ਹੋ ਗਏ ਨੇ 11 ਵੱਜ ਕੇ। ਸੋ ਐਰਕੀ ਸੁੰਨਾ ਰਿਹਾ ਜੀ ਸਾਡੇ ਦੇਸ਼ ਦੇ ਵਿੱਚ ਕੈਨੇਡਾ ਡੇ। ਝੰਡੇ ਵੀ ਨੀਵੇਂ ਕਰ ਦਿੱਤੇ ਗਏ ਔਰ ਕੋਈ ਇੱਥੇ ਆਤਿਸ਼ਬਾਜ਼ੀ ਨਹੀਂ ਹੋਈ ਅਤੇ ਉਹਨਾਂ ਬੱਚਿਆਂ ਨੂੰ ਜਿਹੜਾ ਹੈ ਯਾਦ ਕੀਤਾ ਜਾ ਰਿਹਾ ਹੈ ਜੋ ਉਸ ਵਕਤ ਦੇ ਸਮੇਂ ਦੇ ਹਾਕਮਾਂ ਦੀ ਸੌੜੀ ਕੱਲ੍ਹ ਦੀਆਂ ਗੱਲਾਂ ਨੇ ਕਿ ਨੀਤੀ ਦਾ ਸ਼ਿਕਾਰ ਹੋਏ ਨੇ। ਕਿਵੇਂ ਉਹਨਾਂ ਨੂੰ ਆਪਣੀ ਭਾਸ਼ਾ ਤੋਂ ਵਾਂਝਿਆਂ ਕਰਨ ਵਾਸਤੇ ਜਿਹੜਾ ਸੀ ਜ਼ੁਲਮ ਸਿਤਮ ਸਹਿਣਾ ਪਿਆ। ਜਿਵੇਂ ਸਾਡੇ ਕੁੰਦਨ ਸਾਹਿਬ ਨੇ ਲੇਖ ਭੇਜਿਆ ਕਿ ਪੰਜਾਬ ਦੇ ਵਿੱਚ ਪੰਜਾਬੀ ਬੋਲਣ ਤੇ ਬੱਚਿਆਂ ਨੂੰ ਚਪੇੜਾਂ ਵੀ ਵੱਜਦੀਆਂ ਨੇ ਤੇ ਜੁਰਮਾਨੇ ਵੀ ਲੱਗਦੇ ਨੇ, ਤੇ ਸਾਡੇ ਲਾਹਨਤੀ ਲੀਡਰ ਅੱਖਾਂ ਦੇ ਨਾਲ ਖਬਰਾਂ ਪੜ੍ਹ ਕੇ ਤੇ ਬਸ਼ਰਮ ਚੁੱਪ ਕਰਕੇ ਬੈਠੇ ਨੇ, ਜਿਨ੍ਹਾਂ ਨੇ ਮੋਰਚੇ ਵੀ ਲਾਏ ਪੰਜਾਬੀ ਮਾਂ ਬੋਲੀ ਵਾਸਤੇ, ਪੰਜਾਬੀ ਸੂਬੇ ਵਾਸਤੇ। ਕੀ ਕਹਿਣਾ ਚਾਹੋ? ਜਿੱਥੋਂ ਤੱਕ ਤੁਸੀਂ ਪੰਜਾਬੀ ਸੂਬੇ ਦੀ ਗੱਲ ਕੀਤੀ ਹੈ ਤੇ ਇਹ ਦੱਸੋ ਵੀ ਪੰਜਾਬੀ ਸੂਬਾ ਬਣਾ ਕੇ ਅਸੀਂ ਖੱਟਿਆ। ਬਿਲਕੁਲ ਖੱਟਣ ਦੀ ਗੱਲ ਸਿਰਫ ਇਹ ਆ ਕਿ ਪੰਜਾਬੀ ਸੂਬਾ ਬਣਾਉਣ ਦਾ ਕਾਰਨ ਇੱਕੋ ਹੀ ਸੀ ਕਿ ਜੇ ਮਹਾ ਪੰਜਾਬ ਰਿਹਾ ਤੇ ਸਾਡੀ ਮੁੱਖ ਮੰਤਰੀ ਬਣਨ ਦੀ ਵਾਰੀ ਨਹੀਂ ਆਉਣੀ। ਕੈਰੋ ਸਾਹਿਬ ਐਵੇਂ ਰੋਈ ਰੋਂਦੇ। ਪੰਜਾਬੀ ਸੂਬਾ ਨਾ ਬਣਦਾ, ਵੱਡਾ ਮਹਾ ਪੰਜਾਬ ਰਹਿੰਦਾ ਤੇ ਅੱਜ ਭਾਖੜਾ ਸਾਡੇ ਕੋਲ ਹੁੰਦਾ ਤੇ 80 ਪੈਸੇ ਯੂਨਿਟ ਅਸੀਂ ਬਿਜਲੀ ਦੀ ਇਸਤੇਮਾਲ ਕਰਦੇ। ਸਾਡੀਆਂ ਬੱਸਾਂ ਨਹੀਂ ਨਾ ਬਣੀਆਂ। ਚਲੋ ਬੱਸਾਂ ਤੇ ਫਿਰ ਵੀ ਬਣ ਜਾਣੀਆਂ ਸੀ, ਬੜਾ ਕੁਛ ਬਣ ਜਾਣਾ ਸੀ, ਗੱਲ ਨਹੀਂ। ਲੇਕਿਨ ਇਹ ਸੀ ਪੰਜਾਬ ਦੇ ਲੋਕਾਂ ਨੂੰ ਸਹੂਲਤ ਹੁੰਦੀ। ਚੰਡੀਗੜ੍ਹ ਦਾ ਕੋਈ ਝਗੜਾ ਪੈਂਦਾ, ਪੰਜਾਬੀ ਬੋਲੇ ਇਲਾਕਿਆਂ ਦਾ ਕੋਈ ਝਗੜਾ ਪੈਂਦਾ, ਕਈ ਸਾਧ ਸੰਤਾਪ ਹਟਾਇਆ। ਸਾਡੇ ਇੱਥੇ ਵੀ ਜਿਹੜੇ ਬੈਠੇ ਸੀ ਉਹ ਆਪਣੀ ਖਾਂਦੇ ਪੰਜਾਬ ਦਾ ਸੀ, ਲਿਖਾਉਂਦੇ ਆਪਣੀ ਭਾਸ਼ਾ ਹਿੰਦੀ ਸੀ ਤੇ ਅਸੀਂ ਹਿੰਦੀ ਬੋਲਦੇ, ਪੰਜਾਬੀ ਨਹੀਂ ਸੀ ਲਿਖਾਉਂਦੇ। ਲੇਕਿਨ ਸਕੂਲਾਂ ਜਾ ਕੇ ਪੰਜਾਬੀ ਪੜ੍ਹਦੇ। ਮਾਂ ਕਿਰਤ ਕਣ ਕਹਿੰਦੇ ਉਹਨਾਂ ਨੂੰ। ਇਸ ਕਰਕੇ ਅਸੀਂ ਪੰਜਾਬੀ ਸੂਬਾ ਬਣਾ ਕੇ ਖੱਟਿਆ ਸੀ। ਜਿਹੜੀ ਸਾਡੀ ਸ਼੍ਰੋਮਣੀ ਪੰਜਾਬੀ ਵਿਭਾਗ ਪਟਿਆਲੇ ਹੁੰਦਾ ਸੀ, ਅਸੀਂ ਭਾਸ਼ਾ ਵਿਭਾਗ ਬਣਾ ਦਿੱਤਾ। ਕਿੱਥੇ ਅਸੀਂ ਦੱਸੋ ਗਲਤੀਆਂ ਨਹੀਂ ਕੀਤੀਆਂ। ਸਾਡੇ ਲੀਡਰਾਂ ਦੇ ਬੱਚੇ ਕਿੱਥੇ ਪੜ੍ਹਦੇ ਨੇ? ਉਹਨਾਂ ਸਕੂਲਾਂ 'ਚ ਪੜ੍ਹਦੇ ਜਿੱਥੇ ਪੰਜਾਬੀ ਦਾ ਨਾਮੋ ਨਿਸ਼ਾਨ ਨਹੀਂ ਹੈਗਾ। ਪੁੱਛੋ ਹਾਂ ਸੁਖਬੀਰ ਬਾਦਲ ਨੂੰ ਕਿੱਥੇ ਪੜ੍ਹਿਆ, ਪੁੱਛੋ ਹਾਂ ਮਨਪ੍ਰੀਤ ਬਾਦਲ ਨੂੰ ਕਿੱਥੇ ਪੜ੍ਹਿਆ, ਪੁੱਛੋ ਹਾਂ ਕੈਪਟਨ ਦੇ ਬੱਚੇ ਨੂੰ ਕਿੱਥੇ ਪੜ੍ਹਿਆ। ਤੇ ਫਿਰ ਉਹਨਾਂ ਨੂੰ ਪੰਜਾਬੀ ਦੀ ਲੋੜ ਕੀ ਹੈ ਜੀ? ਉਹ ਕਿਉਂ ਰੌਲਾ ਅਸੀਂ ਤਾਂ ਖਾਮਖਾ ਕੋਸਦੇ ਉਹਨਾਂ ਨੂੰ। ਉਹਨਾਂ ਨੇ ਪਹਿਲੇ ਪੰਜਾਬੀ ਛੱਡਤੀ, ਪੰਜਾਬੀ ਦੀ ਲੋੜ ਨਹੀਂ ਹੈਗੀ ਸਾਨੂੰ। ਲੇਕਿਨ ਪੰਜਾਬੀ ਪ੍ਰੇਮੀਆਂ ਦਾ ਵੇਖੋ ਕਿੱਥੋਂ ਤੱਕ ਗਿਆ ਵੀ ਅੱਜ ਕੈਨੇਡਾ ਦੇ ਭਾਸ਼ਾ ਤੀਜੀ ਪੰਜਾਬੀ ਆ, ਇੰਗਲੈਂਡ ਦੇ ਵਿੱਚ ਦੂਜੀ ਆ, ਆਸਟ੍ਰੇਲੀਆ ਦੂਸਰੀ ਭਾਸ਼ਾ ਪੰਜਾਬੀ। ਜਿਹੜੇ ਪੰਜਾਬੀ ਪ੍ਰੇਮੀ ਨੇ, ਪੰਜਾਬੀ ਨੂੰ ਬੜਾਵਾ ਦੇਣ ਵਾਲੇ, ਉਹਨਾਂ ਦੀ ਵੀ ਗਿਣਤੀ ਬੜੀ ਵੱਡੀ ਹੈ, ਛੋਟੀ ਗਿਣਤੀ ਨਹੀਂ ਹੈਗੀ। ਇਸ ਕਰਕੇ ਕੋਈ ਗੱਲ ਨਹੀਂ, ਜਿਹੜੇ ਸਕੂਲਾਂ ਦੇ ਚਪੇੜਾਂ ਪੈਂਦੇ, ਕਿਤੇ ਗੱਲ ਕੋਈ ਘਟਨਾ ਕਦੀ ਵਾਪਰੀ ਬਹੁਤੀ ਨੋਟਿਸ ਨਹੀਂ ਆਈ, ਕਿਤੇ ਵਾਪਰੀ ਕਦੀ ਘਟਨਾ, ਮੈਂ ਨਹੀਂ ਕਹਿੰਦਾ ਬਹੁਤ ਘਟਨਾ ਵਾਪਰੀਆਂ ਹੋਣਗੀਆਂ। ਪੱਟੀ ਸਾਹਿਬ, ਚਲੋ ਤੁਸੀਂ ਬਹੁਤ ਸੂਝਵਾਨ ਸਿਆਣੇ ਹੋ, ਪਰ ਬੱਚਿਆਂ ਨੂੰ ਪੰਜਾਬੀ ਬੋਲਣ ਦੇ ਵਿੱਚ ਸਕੂਲਾਂ ਦੇ ਵਿੱਚ ਪਨਿਸ਼ਮੈਂਟ ਮਿਲਦੀ ਹੈ, ਮਨਾਹੀ ਹੈ। ਤੇ ਜੇ ਕਬੂਤਰ ਵਾਂਗੂ ਅੱਖਾਂ ਮੀਟ ਕੇ ਉੱਥੋਂ ਦੇ ਪੱਤਰਕਾਰਾਂ ਨੇ ਵੀ ਬਹਿਣਾ, ਤੁਸੀਂ ਸੀਨੀਅਰ ਹੋ, ਸਤਿਕਾਰਯੋਗ ਹੋ, ਵਿਦ ਡਿਊ ਰਿਸਪੈਕਟ, ਉੱਥੋਂ ਦੇ ਪੱਤਰਕਾਰਾਂ ਦੀ, ਉੱਥੇ ਲੀਡਰਾਂ ਦੀ, ਉੱਥੋਂ ਦੇ ਚਿੰਤਕਾਂ ਦੀ ਇਹ ਆਪਣੀ ਮਰਜ਼ੀ ਹੈ। ਬੱਚਿਆਂ ਨੂੰ ਪੁੱਛ ਕੇ ਵੇਖਿਓ ਕਿ ਤੁਸੀਂ ਜਾਣਦੇ ਹੋ ਹਿੰਦੀ ਵਾਲੀ ਟੀਚਰ ਤੁਹਾਨੂੰ ਪੰਜਾਬੀ ਬੋਲਣ ਦੀ ਆਗਿਆ ਦਿੰਦੀ ਸਕੂਲ ਦੇ ਵਿੱਚ ਜਾਂ ਨਹੀਂ ਤੇ ਮੈਂ ਤੁਹਾਨੂੰ ਬੱਚਿਆਂ ਨਾਲ ਖੁਦ ਉੱਥੇ, ਵੈਸੇ ਤਾਂ ਮੈਂ ਬੇਸਿਕਲੀ ਜਦੋਂ ਜਾਂਦਾ ਆਪਣਾ ਵਿਜ਼ਿਟਰ ਵੀਜ਼ਾ ਲੈ ਕੇ ਜਾਂਦਾ ਆਪਣੇ ਪਰਿਵਾਰ ਦੇ ਦੋਸਤਾਂ ਮਿੱਤਰਾਂ ਨੂੰ, ਮੈਂ ਕਦੀ ਉੱਥੇ ਪੱਤਰਕਾਰੀ ਨਹੀਂ ਕੀਤੀ। ਹਾਂ, ਇੱਕ ਵਾਰੀ ਗਏ ਸੀ ਪ੍ਰਧਾਨ ਮੰਤਰੀ ਸਾਹਿਬ ਦੇ ਨਾਲ ਇੱਥੋਂ, ਤੇ ਬਕਾਇਦਾ ਉਹ ਵੀਜ਼ਾ ਲੈ ਕੇ ਗਏ ਸੀਗੇ ਕਿਉਂਕਿ ਉੱਥੇ ਪੱਤਰਕਾਰੀ ਕਰਨੀ ਸੀ, ਉਹ ਸਾਨੂੰ ਵੀਜ਼ਾ ਉਸ ਕਰਕੇ ਲੈਣਾ ਪੈਂਦਾ। ਜੇ ਤੁਸੀਂ ਕਿਸੇ ਵੀ ਬੱਚੇ ਨੂੰ ਪੁੱਛ ਕੋ, ਆਪਣੇ ਗੁਆਂਢ ਦੇ ਬੱਚਿਆਂ ਨੂੰ ਪੁੱਛ ਕੇ ਵੇਖ ਲਿਓ ਕਿ ਤੁਹਾਨੂੰ ਸਰਕਾਰੀ ਸਕੂਲ ਤੋਂ ਇਲਾਵਾ ਜਿਹੜੇ ਸਕੂਲ ਨੇ, ਹਾਂਜੀ ਮੇਰੇ ਭਾਣਜਿਆਂ ਦੇ ਬੱਚੇ ਵੀ ਪੜ੍ਹਦੇ ਨੇ ਤੁਹਾਡੇ ਤੋਂ ਥੋੜ੍ਹੀ ਦੂਰ ਨੇ, ਉਹਨਾਂ ਨੂੰ ਪੁੱਛਦਾ ਵੀ ਇਹ ਘਰ 'ਚ ਹਿੰਦੀ ਹੀ ਬੋਲਦੇ ਆ, ਉਹ ਕਹਿੰਦੇ ਸਕੂਲ 'ਚ ਪੰਜਾਬੀ ਨਹੀਂ ਬੋਲਣ ਦਿੰਦੇ ਇਹਨਾਂ ਨੂੰ। ਫੀਸਾਂ ਤੁਸੀਂ ਤਾਰਨੀਆਂ, ਪੈਸੇ ਤੁਸੀਂ ਦੇਣੇ, ਤੇ ਤੁਹਾਡੇ ਹੀ ਸੂਬੇ ਵਿੱਚ ਤੁਹਾਡੇ ਹੀ ਬੱਚਿਆਂ ਨੂੰ ਭਾਸ਼ਾ ਨਾ ਬੋਲਣ ਦਿੱਤੀ ਜਾਵੇ। ਤੁਹਾਡੀ ਇਹ ਕਹਿ ਲਈ ਕਿ ਇੱਕਾ ਦੁੱਕਾ ਘਟਨਾ ਮਾਫ਼ ਕਰਨਾ, ਵਿਦ ਡਿਊ ਰਿਸਪੈਕਟ, ਤੁਸੀਂ ਬੜੇ ਸਿਆਣੇ ਹੋ, ਇਹ ਸਾਡੇ ਆਲੇ ਦੁਆਲੇ ਉੱਥੇ ਵਾਪਰ ਰਿਹਾ ਹੈ। ਚੱਲ ਇਹਨੂੰ ਇੱਥੇ ਛੱਡ ਦਿੰਦੇ ਹਾਂ।
ਪਤਾ ਕਰੋ ਫਿਰ ਤੁਸੀਂ ਪਤਾ ਕਰੋ ਇਹ ਕੁਝ ਉੱਥੇ ਬਹੁਤ ਚਾਵਲਾ ਸਾਹਿਬ ਅੰਮ੍ਰਿਤਸਰ ਦੇ ਵਿੱਚ ਜਿਹੜੀਆਂ ਵੱਡੀਆਂ ਸੰਸਥਾਵਾਂ ਇਸਾਈਆਂ ਦੀ ਅਲੈਗਜ਼ੈਂਡਰ ਸਕੂਲ ਹੈਗਾ ਵਾ, ਜਿੱਥੇ ਪੰਜਾਬੀ ਭਾਸ਼ਾ ਦਾ ਸਬਜੈਕਟ ਹੈਗਾ, ਜਿੱਥੇ ਪੰਜਾਬੀ ਬੋਲਣ ਤੇ ਕੋਈ ਮਨਾਹੀ ਨਹੀਂ। DAV ਸੰਸਥਾ ਬੜੀ ਵੱਡੀ ਆ, ਜਿੱਥੇ ਪੰਜਾਬੀ ਭਾਸ਼ਾ ਸਬਜੈਕਟ ਹੈਗਾ, ਜਿੱਥੇ ਪੰਜਾਬੀ ਬੋਲਣ ਦੀ ਕੋਈ ਮਨਾਹੀ ਨਹੀਂ। ਖਾਲਸਾ ਕਾਲਜ ਪੰਜਾਬੀ ਸਬਜੈਕਟ ਹੈਗਾ, ਤਿੰਨ ਵੱਡੀਆਂ ਜਥੇਬੰਦੀਆਂ ਹੈਗੀਆਂ ਨਾ ਜੀ। ਮੈਂ ਤੁਹਾਨੂੰ ਪਹਿਲਾਂ ਕਹਿਤਾ ਵੀ ਛੋਟੇ ਮੋਟੇ ਸਕੂਲਾਂ ਦੇ ਵਿੱਚ ਕੁਝ ਜਗ੍ਹਾ ਹੈਗੀ, ਬੇਰੀਗੇਟ ਸਾਡੇ ਇੱਥੇ ਸਕੂਲ ਹੈਗਾ, ਉੱਥੇ ਅਸੀਂ ਰੌਲਾ ਵੀ ਪਾਇਆ ਸੀ ਵੀ ਤੁਸੀਂ ਪੰਜਾਬੀ ਬੱਚਿਆਂ ਨੂੰ ਕੋਈ ਨਹੀਂ ਬੋਲਣ ਦਿੰਦੇ ਉੱਥੇ ਗਏ ਸੀ। ਇਹ ਨਹੀਂ ਗੱਲ ਨਹੀਂ। ਅੰਮ੍ਰਿਤਸਰ ਦੇ ਤਿੰਨ ਅਦਾਰੇ ਗਿਣਾਤੇ, ਮੈਂ ਪੰਜਾਬ ਦੀ ਗੱਲ ਕਰਦਾ। ਨਹੀਂ, ਮੈਂ ਪੰਜਾਬ ਦੀ ਗੱਲ ਕਰ ਲਓ। ਮੈਂ ਜੇ ਛੋਟਾ ਜਿਹਾ ਪੰਜਾਬ ਹੈ, ਮੈਂ ਉਸ ਪੰਜਾਬ ਦੀ ਗੱਲ ਕਰਦਾ। ਤੁਸੀਂ ਸ੍ਰੀ ਅੰਮ੍ਰਿਤਸਰ ਦੀ ਗੱਲ ਸੁਣਾਈ ਨਾ, ਮੈਂ ਪੰਜਾਬ ਦੀ ਗੱਲ ਕਰਦਾ। ਪੰਜਾਬ ਦੇ ਵਿੱਚ ਇਹ ਚਲੋ ਮੰਨ ਲਿਆ ਤੁਹਾਡੇ ਹੈਗੇ ਆ, ਖਾਲਸਾ ਕਾਲਜ ਹੈਗਾ, ਖਾਲਸਾ ਸਕੂਲ ਹੈਗਾ। ਮੈਂ ਸਪੈਸ਼ਲ ਅਰਸ਼ ਨੂੰ ਉੱਥੇ ਪੜ੍ਹਨ ਭੇਜਿਆ ਸੀ। ਮੇਰੀ ਤਮੰਨਾ ਸੀ ਵੀ ਇਹਨੂੰ ਮੈਂ ਤੱਪੜ ਵਾਲੇ ਸਕੂਲ 'ਚ ਭੇਜਾਂ, ਕੌਨਵੈਂਟ 'ਚ ਮੈਂ ਵੀ ਭੇਜ ਸਕਦਾ। ਉੱਥੇ ਜਿਹੜੇ ਸਕੂਲ ਇਹ ਅਜੇ ਵੀ ਉੱਥੇ ਹੈ, ਮੰਨੀਏ ਚਾਹੇ ਨਾ ਮੰਨੀਏ। ਨਹੀਂ, ਮੈਂ ਤਾਂ ਇਹ ਗੱਲ ਤੋਂ ਇਨਕਾਰ ਹੀ ਨਹੀਂ। ਮੈਂ ਤਾਂ ਵੀ ਕੁਝ ਸਕੂਲਾਂ 'ਚ ਹੈਗੀ, ਸਾਰੇ ਉੱਥੇ ਪੰਜਾਬੀ ਬੋਲਣ ਦੀ ਮਨਾਹੀ ਹੈ। ਕੁਛ ਨਹੀਂ ਬਹੁਤਾਤ ਦੇ ਵਿੱਚ ਹੈ, ਬਹੁਤਾਤ ਦੇ ਵਿੱਚ ਕੁਛ ਨਹੀਂ। ਚਲੋ ਆਪਾਂ ਬਹਿਸ ਕਾਹਨੂੰ ਕਰਨੀ ਜੀ, ਬਹਿਸ ਕਾਹਨੂੰ ਕਰਨੀ ਆਪਾਂ ਛੱਡੀ ਇਸ ਗੱਲ ਦੇ। ਆਪਾਂ ਚਲੋ ਠੀਕ ਹੈ, ਆਪਾਂ ਬਹਿਸ ਜਿਹੜੀ ਬਾਕੀ ਗੱਲ ਬਣਾਈ ਨਹੀਂ, ਬਹਿਸ ਦੀ ਵਿਸ਼ਾ ਹੈਗਾ ਪੰਜਾਬੀ ਮਾਂ ਬੋਲੀ ਹੈ। ਅਸੀਂ ਇਸ ਚੀਜ਼ ਨੂੰ ਰੋਕ ਕਰਾਂਗੇ ਤੇ ਫਿਰ ਮਾੜੀ ਗੱਲ ਆ। ਮੈਂ ਤੇ ਕਹੂੰਗਾ ਪੰਜਾਬੀ ਮਾਂ ਬੋਲੀ, ਪੰਜਾਬੀ ਭਾਸ਼ਾ ਜਾਂਦੇ ਆ। ਜੇ ਤੁਹਾਨੂੰ ਕਹੋਗੇ ਪੰਜਾਬੀ ਭਾਸ਼ਾ ਜਿਹੜੇ ਕੰਮ ਕਰਦੇ ਬੰਦੇ ਨੂੰ ਕਿਸੇ ਲਾਈਨ ਚ ਲੈ ਕੇ ਸਭ ਦੱਸ ਦੂਗੇ ਕਿੱਥੇ ਕੀ ਕੁਛ ਬਿਲਕੁਲ ਕਰਦੇ ਆ ਜੀ। ਉਹਨਾਂ ਹੁਣ ਤੱਕ ਕੀ ਪ੍ਰਬੰਧ ਕੀਤੇ ਆ। ਜੇ ਕਿਸੇ ਸਕੂਲ 'ਚ ਗੱਲ ਹੋਈ ਤੇ ਗਏ ਨੇ, ਉਹਨਾਂ ਜਾ ਕੇ ਸਮਝਾਇਆ, ਉਹਨਾਂ ਨੇ ਡੰਡੇ ਨਾਲ ਨਹੀਂ ਪਿਆਰ ਨਾਲ ਆ ਕੇ ਰੌਲਾ ਨਹੀਂ ਪਾਇਆ ਸੀ। ਗੁੜ ਕੇ ਆਏ ਸਮਝਾਉਣਾ ਹੀ ਪਿਆਰ ਨਾਲ ਚਾਹੀਦਾ, ਡੰਡੇ ਨਾਲ ਕਿਉਂ ਸਮਝਾਉਣਾ। ਪਰ ਹੋਈ ਕਿਉਂ ਨਾ ਬਤਾ ਕੋ ਰਹੀ ਹੈ। ਵੇਖੋ ਸਰਕਾਰ ਕਮੇਟੀ ਡੰਡੇ ਸਮਝਾਉਂਦੇ ਜਾ ਕੇ ਵੀ ਤੁਸੀਂ ਵੇਖੋ ਜੀ ਮਹਾਰਾਜ ਦਾ ਪ੍ਰਕਾਸ਼ ਕੋ ਕਰਦੇ। ਵਿਰੋਧ ਵੀ ਤੇ ਹੋ ਰਿਹਾ ਨਾ ਉਹਨਾਂ ਦਾ, ਵਿਰੋਧ ਵੀ ਤਾਂ ਹੋ ਰਿਹਾ। ਪੱਟੀ ਸਾਹਿਬ ਇੰਨਾ ਨੁਕਸਾਨ ਕਰਕੇ ਹੁਣ ਕਹਿੰਦਾ ਵਿਰੋਧ ਆ ਜੀ, ਥੋੜਾ ਨੁਕਸਾਨ ਕੀਤਾ। ਅੱਛਾ, ਜਿਹੜੇ ਸਰੂਪ ਦੀ ਮੈਂ ਵੀਡੀਓ ਦੇਖ ਰਿਹਾ ਸੀ, ਇਹ ਉਹ ਸਰੂਪ ਦੀ ਵੀਡੀਓ ਉਹੀ ਹੈ ਜਿੱਥੇ ਇੰਨਾ ਘੱਟਾ ਮਿੱਟੀ ਜੰਮਿਆ ਸੀ, ਕਿਸੇ ਦੇ ਘਰੋਂ ਚੱਕਣ ਗਏ। ਉੱਥੇ ਤਾਂ ਫਿਰ ਇੱਥੇ ਤਾਂ ਫਿਰ ਧੱਕਾ ਆ ਨਾ, ਜੇ ਮਹਾਰਾਜ ਦਾ ਸਰੂਪ ਉੱਥੋਂ ਚੱਕ ਨਹੀਂ ਸਕਦੇ ਤੇ ਸੇਵਾ ਵੀ ਨਹੀਂ ਕਰਨੀ ਤੇ ਮਿੱਟੀ ਘੱਟਾ ਵੀ ਉੱਤੇ ਪਿਆ ਵਾ। ਤੇ ਜਿਸ ਤਰੀਕੇ ਦੇ ਨਾਲ ਮਤਲਬ ਉਹ ਰੱਖਿਆ ਗਿਆ ਮਹਾਰਾਜ ਦਾ ਸਰੂਪ, ਜਿਵੇਂ ਉਹ ਸਤਿਕਾਰ ਕਮੇਟੀ ਵਾਲੇ ਦਏ ਆਪਣੀ ਬੋਲੀ ਬੋਲਣ, ਉਹ ਜਿਵੇਂ ਉਹ ਬੈਠ ਕੇ ਮਹਾਰਾਜ ਦੇ ਸਰੂਪ ਦੇ ਸੁੱਖ ਆਸਨ ਨੂੰ ਦਏ ਉਹਦੇ ਆਪਣੇ ਅੰਗ ਜਿਹੜੇ ਨੇ ਉਹਨਾਂ ਨੂੰ ਵੇਖਣ, ਉਹ ਤਾਂ ਫਿਰ ਉੱਥੇ ਫਿਰ ਰੱਖਣ ਦਾ ਵੀ ਕੋਈ ਫਾਇਦਾ ਨਹੀਂ ਨਾ, ਭਾਵੇਂ ਜਿਹੜਾ ਮਰਜ਼ੀ ਪਰਿਵਾਰ ਹੋਵੇ। ਬਿਲਕੁਲ ਤੁਹਾਡੀ ਗੱਲ ਠੀਕ, ਕਈ ਘਰਾਂ 'ਚ ਹੈਗਾ ਇਹ ਰੱਖਣ ਦਾ ਵੀ ਫਾਇਦਾ ਨਹੀਂ। ਮਰਿਆਦਾ ਸਮਝਾਈ ਜਾਵੇ ਵੀ ਮਰਿਆਦਾ ਆਪਣੀ ਹੈ, ਜੇ ਤੁਸੀਂ ਆਪਣੇ ਸਰੂਪ ਰੱਖਣ ਦਾ ਏਦਾਂ ਰੱਖ ਸਕਦੇ। ਤੁਸੀਂ ਆਪ ਤਾਂ ਸੁਰਖੀ ਬਿੰਦੀ ਰੋਜ਼ ਲਾ ਕੇ ਨਿਕਲਦੇ ਹੋ ਪਾਊਡਰ। ਜੇ ਨਹੀਂ ਤੇ ਫਿਰ ਤੁਸੀਂ ਸਾਨੂੰ ਦੇ ਦਿਓ, ਅਸੀਂ ਇਹਨੂੰ ਜਿਹੜੀ ਜਿੱਥੇ ਕਿਸੇ ਗੁਰਦੁਆਰੇ ਲਾ ਕੇ ਪਹੁੰਚਾ ਦਿੰਦੇ ਹਾਂ। ਚਲੋ ਅੱਛਾ, ਕੈਪਟਨ ਸਾਹਿਬ ਦੀ ਆਪਾਂ ਗੱਲ ਕਰਾਂਗੇ। ਮੇਰੇ ਨਾਲ ਕਾਲਰ ਨੇ, ਪਹਿਲਾਂ ਕਾਲ ਲੈ ਲੈਣੇ ਜੀ। ਵੈਲਕਮ ਜੀ। ਹੈਲੋ, ਸਤਿ ਸ਼੍ਰੀ ਅਕਾਲ ਆਪਣਾ ਪੱਟੀ ਸਾਹਿਬ ਤੇ ਚਾਵਲਾ ਸਾਹਿਬ। ਆਪਣਾ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਮੋਹਾਲੀ ਦੇ ਵਿੱਚ ਇੰਗਲਿਸ਼ ਬੋਲਣੀ ਪੈਂਦੀ ਜ਼ਿਆਦਾ। ਆਪਣਾ ਉੱਥੇ ਪੰਜਾਬੀ ਦਾ ਤਾਂ ਨਹੀਂ ਹੈ, ਪਰ ਇੰਗਲਿਸ਼ ਤੇ ਹਿੰਦੀ ਜ਼ਿਆਦਾ ਚੱਲਦੀ ਹੈ। ਉਹਦੇ ਬਾਅਦ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਦਿੱਲੀ, ਉੱਥੇ ਇੰਗਲਿਸ਼ ਔਰ ਹਿੰਦੀ ਬੋਲੀ ਜਾਂਦੀ ਹੈ, ਪੰਜਾਬੀ ਉੱਥੇ ਬੋਲਣ ਨਹੀਂ ਦਿੱਤੀ ਜਾਂਦੀ ਬੱਚਿਆਂ ਨੂੰ ਜ਼ਿਆਦਾਤਰ। ਆਪਣਾ ਜਿਹੜੇ ਕਿ ਗੁਰੂ ਹਰਕ੍ਰਿਸ਼ਨ ਸਾਹਿਬ ਦੇ ਨਾਂ ਦੇ ਉੱਤੇ ਸਕੂਲ ਖੁੱਲੇ ਨੇ, ਉੱਥੇ ਵੀ ਆਪਣਾ ਪੰਜਾਬੀ ਨੂੰ ਓਨੀ ਹਮਾਇਤ ਨਹੀਂ ਮਿਲਦੀ ਜਿੰਨੀ ਕਿ ਇੰਗਲਿਸ਼ ਜਾਂ ਹਿੰਦੀ ਨੂੰ ਮਿਲਦੀ ਹੈ। ਹੈਗੇ ਨੇ ਸਕੂਲ ਪੱਟੀ ਸਾਹਿਬ, ਨਹੀਂ ਉਹਦੇ ਵਾਸਤੇ ਬਹੁਤ ਵੱਡਾ ਵਰਕ ਕਰਨ ਦੀ ਲੋੜ ਆ। ਜ਼ਿੰਮੇਵਾਰ ਕੌਣ ਹੈ? ਸਾਡੀਆਂ ਸਰਕਾਰਾਂ ਨੇ ਜਿਨ੍ਹਾਂ ਨੇ ਪਰਮਿਟ ਕੀਤਾ ਉਹਨਾਂ ਨੂੰ ਵੀ ਤੁਹਾਡੇ ਪੰਜਾਬੀ ਸਬਜੈਕਟ ਨਹੀਂ ਹੈਗਾ ਤੇ ਕੋਈ ਸਾਨੂੰ ਇਤਰਾਜ਼ ਕੋਈ ਨਹੀਂ ਹੈਗਾ। ਜੇ ਸਰਕਾਰਾਂ ਕਹਿਣ ਵੀ ਤੁਹਾਨੂੰ ਪੰਜਾਬੀ ਆਪਣੇ ਸਬਜੈਕਟ ਪੜਾਉਣਾ ਪਊਗਾ, ਇਹਨਾਂ ਦੀ ਕੀ ਜ਼ਰੂਰਤ ਨਾ ਪੜਾਉਣ। ਤੇ ਸਰਕਾਰਾਂ ਬੋਲਣਗੀਆਂ ਕਿਵੇਂ? ਅਸੀਂ ਬੁਲਵਾਵਾਂਗੇ ਤੇ ਫੇਰ ਆ ਨਾ। ਚਾਵਲਾ ਤੋਂ ਸ਼ੁਰੂ ਉੱਥੋਂ ਕੀਤਾ ਵਾ ਕਿ ਸੁਖਬੀਰ ਸਿੰਘ ਬਾਦਲ ਕਿੱਥੇ ਪੜਿਆ ਤੇ ਮਨਪ੍ਰੀਤ ਬਾਦਲ ਕਿੱਥੇ ਪੜਿਆ ਤੇ ਰਣਿੰਦਰ ਕਿੱਥੇ ਪੜਿਆ, ਪੁੱਛੋ ਨਾ ਕਿੱਥੇ ਪੜੇ ਨੇ। ਇਹਨਾਂ ਪੰਜਾਬੀ ਦੀ ਕੀ ਲੋੜ ਆ? ਪੰਜਾਬੀ ਲੋੜ ਸਾਨੂੰ ਆ। ਸਹੀ ਗੱਲ ਆ, ਸਹੀ ਗੱਲ ਆ। ਪਰ ਹੋ ਰਿਹਾ ਬਹੁਤ ਵੱਡੀ ਤਾਦਾਦ ਦੇ ਵਿੱਚ ਹੋ ਰਿਹਾ।
ਖੈਰ ਐਨੀਵੇ ਆਪਾਂ ਆਜੋ ਕੈਪਟਨ ਸਾਹਿਬ ਦੀ ਗੱਲ ਕਰਦੇ ਹਾਂ। ਕੱਲ ਪਹਿਲਾਂ ਲੈ ਲਈ ਸੀਗੀ ਜਿਹੜੀ ਹਿੰਦੂ ਨੇਤਾਵਾਂ ਦੀ ਮੀਟਿੰਗ ਨੂੰ ਲੱਗਾ ਗ੍ਰਹਿਣ, ਜਾਖੜ ਮੀਟਿੰਗ ਤੋਂ ਦੂਰ ਰਹੇ 6 ਮੰਤਰੀ ਸਮੇਤ 35 ਨੇਤਾ ਪੁੱਜੇ ਜਿਹੜੇ ਨੇ ਉੱਥੇ। ਔਰ ਪਿੰਡਾਂ ਦੇ ਸਕੂਲਾਂ ਦੀ, ਸਰਕਾਰੀ ਸਕੂਲਾਂ ਦੀ ਛੱਡ ਦਿਓ, ਪਿੰਡਾਂ ਦੇ ਵਿੱਚ ਜਿਹੜੇ ਛੋਟੇ ਛੋਟੇ ਸਕੂਲ ਨੇ ਉਹਨਾਂ ਨੂੰ ਛੱਡ ਦਿਓ। ਉੱਥੇ ਪਤਾ ਕਿ ਇੱਥੇ ਜੇ ਕਿਸੇ ਨੂੰ ਇਹੋ ਜਿਹੀ ਗੱਲ ਪਤੇ ਲੱਗੀ ਤੇ ਸਾਡਾ ਰਹਿਣਾ ਕੁੱਖ ਨਹੀਂ ਤੇ ਉਹਨਾਂ ਦਾ ਜਾਣਾ ਕੁੱਖ ਨਹੀਂ। ਜਿਹੜੇ ਕੌਨਵੈਂਟ ਸਕੂਲ ਸ਼ਹਿਰਾਂ ਦੇ ਵਿੱਚ ਵੱਡੀ ਤਾਦਾਦ ਦੇ ਵਿੱਚ ਨੇ, ਮੈਂ ਉਹਨਾਂ ਦੀ ਗੱਲ ਕਰਾਂ, ਉੱਥੇ ਬਹੁਤਾਤ ਹੈ ਕਿ ਜੋ ਜਿਸ ਸੂਬੇ ਦੇ ਵਿੱਚ ਤੁਹਾਡੀ, ਮੈਂ ਆਰਟੀਕਲ ਬੜੇ ਪੜ੍ਹੇ ਨੇ ਇਸ ਵਿਸ਼ੇ 'ਤੇ, ਤਾਂ ਮੈਂ ਤੁਹਾਡੇ ਨਾਲ ਥੋੜ੍ਹਾ ਜਿਹਾ ਉਹ ਹੋਇਆ ਕਿ ਕੁੱਕੜ ਵਾਂਗੂ ਸਾਨੂੰ ਆਪਣੇ ਕਬੂਤਰ ਵਾਂਗੂ ਅੱਖਾਂ ਨਹੀਂ ਮੀਟਣ ਦੀ ਲੋੜ, ਇਹ ਤੇ ਜਾਗਦੇ ਰਹਿਣਾ ਚਾਹੀਦਾ। ਤੁਸੀਂ ਉਹਨੂੰ ਇਹਦੇ ਤੇ ਮੈਂ ਬਹਿਸ ਕਰਕੇ ਆਇਆ ਸੀ ਆਲ ਇੰਡੀਆ ਰੈਡੀ ਦੇ ਅੱਧੇ ਘੰਟੇ ਦੀ 3 ਬੰਦੇ ਦੀ ਬਹਿਸ ਸੀਗੀ। ਉਹਦੇ ਵਿੱਚ ਵੱਖੋ ਟੌਪਿਕ ਮਿਲੇ ਸੀ ਉਹਦੇ ਵਿੱਚ। ਇਸ ਕਰਕੇ ਜਿਹੜਾ ਚਲੋ ਇਹਨੂੰ ਫਿਰ ਲੰਬਾ ਚੌੜਾ ਲਵਾਂਗੇ ਆਪਾਂ ਇਹਨੂੰ। ਔਰ ਇੱਕ ਜਿਹੜੇ ਸਾਡੇ ਵੀਰ ਨੇ ਉਹਨਾਂ ਨੇ ਸਾਨੂੰ ਨੰਬਰ ਦਿੱਤਾ ਹੈ, ਸ਼ਾਇਦ ਜਗਮੋਹਨ ਸਿੰਘ ਰੈਣਾ ਨੇ, ਉਹਦੀ ਗੱਲ ਕਰਾਂਗੇ ਆਪਾਂ, ਪਰੰਤੂ ਕੈਪਟਨ ਸਾਹਿਬ ਦੀ ਗ੍ਰਹਿਣ ਵਾਲੀ ਗੱਲ ਕਰ ਲਈਏ ਪਲੀਜ਼। ਜਿੱਥੋਂ ਤੱਕ ਕੈਪਟਨ ਸਾਹਿਬ ਦੀ ਗੱਲ ਆ ਜੀ, ਕੈਪਟਨ ਸਾਹਿਬ ਨੇ ਹਿੰਦੂ ਨੇਤਾਵਾਂ ਨਾਲ ਮੀਟਿੰਗ ਦੇ ਬਹਾਨੇ ਆਪਣਾ ਬਰਾਬਰ ਦਾ ਸ਼ਕਤੀ ਪ੍ਰਦਰਸ਼ਨ ਕੀਤਾ। ਭਾਈ ਮੇਰੇ ਨਾਲ ਇੰਨੇ ਬੰਦੇ ਹੈਗੇ। ਜੇ ਤੁਹਾਡੀ ਕੈਬਨਿਟ ਦੇ ਵਿੱਚੋਂ 18 ਬੰਦਿਆਂ ਤੋਂ 6 ਮੰਤਰੀ ਹੈ ਤੇ ਫਿਰ ਕਿਹੜਾ ਤੀਸਰਾ ਸਦਰ ਕੋਈ ਬਾਕੀ ਨਹੀਂ ਆਇਆ ਜਾਂ ਤੁਸੀਂ ਬੁਲਾਏ ਜੀ। 35 ਦੇ ਵਿੱਚ ਤੁਹਾਡੇ MLA ਵੀ ਸ਼ਾਮਲ ਆ, ਮੰਤਰੀ ਵੀ ਸ਼ਾਮਲ ਆ, ਲੀਡਰ ਵੀ ਸ਼ਾਮਲ ਆ। ਤੇ ਗੱਲ ਸਿਰਫ ਅਸ਼ਨੀ ਸ਼ੇਖ ਦੀ ਸ਼ੁਰੂ ਹੋਈ ਸੀਗੀ, ਜਿਹੜੀ ਇਸ ਲੰਚ ਤੱਕ ਪਹੁੰਚ ਗਈ। ਤੇ ਲੰਚ ਦੇ ਵਿੱਚ ਤੁਸੀਂ ਆਪਣਾ ਸ਼ਕਤੀ ਪ੍ਰਦਰਸ਼ਨ ਕਰ ਲਿਆ। ਜਾਖੜ ਸਾਹਿਬ ਤੋਂ ਜਾਖੜ ਸਾਹਿਬ ਵਾਲੀ ਖਾਸ ਬੰਦੇ ਸੀ ਕੈਪਟਨ ਸਾਹਿਬ ਦੇ। ਅਜੇ ਤੱਕ ਉਹਨਾਂ ਦਾ ਕੋਈ ਸਪਸ਼ਟੀਕਰਨ ਹੈ ਵੀ ਮੈਂ ਕਿਸ ਵਜ੍ਹਾ ਕਰਕੇ ਰਿਹਾ। ਅਜੇ ਤੱਕ ਉਹਨਾਂ ਕੋਈ ਲਿਖਿਆ ਨਹੀਂ ਕਿਤੇ, ਨਾ ਪੜ੍ਹਿਆ ਮੈਂ ਕਿਤੇ ਇਸ ਵੇਲੇ। ਜੇ ਉਹ ਉੱਥੇ ਹਾਜ਼ਰ ਨਹੀਂ ਹੋਏ ਤੇ ਇਹਦਾ ਮਤਲਬ ਕਿਤੇ ਗੜਬੜਾ ਹਾਈ ਕਮਾਂਡ ਤੋਂ ਜਾਂ ਇਸ਼ਾਰਾ ਵਾ, ਜਾਂ ਉਹ ਮਹਿਸੂਸ ਕਰਦੇ ਵੀ ਕੈਪਟਨ ਸਾਹਿਬ ਇਸ ਵੇਲੇ ਸ਼ਕਤੀ ਪਤਨ ਜੋ ਕਰਕੇ ਦੁਫੇੜ ਪਾ ਰਹੇ ਪਾਰਟੀ ਦੇ ਵਿੱਚ, ਉਹ ਗਲਤ ਕਰ ਰਹੇ। ਜਾਂ ਤੁਸੀਂ ਸਾਰਿਆਂ ਨੂੰ ਬੁਲਾ ਲਓ, ਆ ਜਾਓ ਵੀ ਜਵਾਨ। ਤੁਸੀਂ ਕਿਹੜਾ ਘਰੋਂ ਖਾਣਾ ਸਰਕਾਰ ਦਾ ਵਾ, ਖਾਣਾ ਸਰਕਾਰ ਦਾ ਬਣਨਾ, ਸਰਕਾਰ ਦੇ ਖਰਚਾ ਸਰਕਾਰ ਤੇ ਬਣੇ। ਸਰ 35 ਦੇ ਵਿੱਚੋਂ ਕਿੰਨੇ MLA ਹੋਣਗੇ? ਹਾਲੀ ਪੂਰੀ ਡਿਟੇਲ ਨਹੀਂ ਆਈ ਕਿੰਨੇ ਆ। ਮੈਂ ਕਿਹਾ ਵੱਧ ਤੋਂ ਵੱਧ 20 MLA ਨਹੀਂ ਹੋਣੇ। ਬਾਕੀ ਲੀਡਰ ਨੇ, ਸਾਡੇ ਮੰਤਰੀ ਨੇ, ਹੋਰ ਬੰਦੇ ਨੇ। ਅਸ਼ਵਨੀ ਸ਼ੇਖੜੀ ਕੋਈ MLA ਨਹੀਂ ਹੈਗਾ। ਲੇਕਿਨ ਉਹਦੇ ਨਾਲ ਵੱਖਰੇ ਤੌਰ ਤੇ ਗੱਲ ਵੀ ਕੀਤੀ ਹੈ ਕੈਪਟਨ ਸਾਹਿਬ ਨੇ। ਅਸੀਂ ਕਹਿੰਦੇ ਵੀ ਤੁਸੀਂ ਇਹ ਜਿਹੜੀ ਦੁਫੇੜ ਨਾ ਪਾਓ, ਇਸ ਵੇਲੇ ਦੁਫੇੜ ਪਾਉਣ ਦੀ ਲੋੜ ਨਹੀਂ, ਇਸ ਵੇਲੇ ਇਕੱਠੇ ਹੋ ਕੇ ਚੱਲਣ ਦੀ ਲੋੜ ਆ। ਜੇ ਇਕੱਠੇ ਹੋ ਕੇ ਚੱਲੋਗੇ ਤੇ ਕਾਂਗਰਸ ਸਭ ਕੁਛ ਬਣ ਜੂ। ਜੇ ਏਦਾਂ ਤੁਸੀਂ ਖਿਲਰੇ ਪੁਲਰੇ, ਨਾ ਤੁਹਾਡਾ ਕੁਛ ਬਣਨਾ ਤੇ ਨਾ ਦੂਜਿਆਂ ਦਾ ਕੁਛ ਬਣਨਾ। ਅੱਛਾ, ਜਿਹੜੀ ਇਸ ਵਕਤ ਚਰਚਾ ਹੈ ਵਰਦਾਧਾਰੀ, ਜਿਹੜੀ ਵਰਦੀ ਦੀ ਆੜ ਹੇਠ ਗੁੰਡਾਗਰਦੀ ਹੋਈ ਹੈ, ਉਹ ਮਲਬੇ ਨੂੰ ਲੈ ਕੇ ਝਗੜਾ ਹੋਇਆ। ਪੁਲਿਸ ਵਾਲੇ ਨੇ ਬਜ਼ੁਰਗ ਦੀ ਕੁੱਟ ਕੇ ਹੱਤਿਆ ਕੀਤੀ ਹੈ। ਅਮਨ ਜੀ ਖਬਰ ਸੁਣਾ ਕੇ ਗਏ, ਬੜੀ ਜੰਮੂ ਕਸ਼ਮੀਰ ਦੇ ਮਤਲਬ ਫੌਜੀ ਨੂੰ ਕੁੱਟ ਕੇ ਮਾਰਤਾ ਚੋਰੀ ਦੇ ਮਤਲਬ ਸ਼ੱਕ ਦੇ ਵਿੱਚ। ਤੈਨੂੰ ਕਿਹਨੇ ਹੱਕ ਦਿੱਤਾ ਵੀ ਤੇਰੀ ਗੋਲਕ ਥੋੜੀ, ਗੋਲਕ ਤੇ ਗੁਰੂ ਦੀ ਹੈ, ਤੂੰ ਤੇ ਪਰਚਾ ਦਰਜ ਕਰਾ। ਹਨਾ, ਉਹਦੀ ਗੱਲ ਕਰਦੇ ਹਾਂ। ਬਿਲਕੁਲ ਮਾਰਿਆ, ਠੀਕ। ਉਹ ਤਾਂ ਸਮਝਦਾ ਗੋਲਕ ਮੇਰੀ ਹੈ, ਇਸ ਕਰਕੇ ਕੁੱਟ ਕੇ ਮਾਰ ਦਿੱਤਾ ਵੀ ਤੂੰ ਮੇਰੇ ਘਰ ਚੋਰੀ ਕਰਨਾ ਹੈ। ਉਹ ਤਾਂ ਗੁਰੂ ਦਾ ਘਰ। ਸਾਡੇ ਨਾ ਇੱਥੇ ਗੁਰਦੁਆਰਾ ਸਾਹਿਬ ਪਤਾ ਨਹੀਂ ਹੁਣ ਹੈਗਾ ਜਾਂ ਮਤਲਬ ਕਿ ਨਹੀਂ, ਕਦੇ ਨਿਸ਼ਾਨ ਸਾਹਿਬ ਤਾਂ ਨਹੀਂ ਦੇਖਿਆ ਉੱਧਰ। ਉੱਥੇ ਪ੍ਰਧਾਨ ਜੀ ਮੈਨੂੰ ਗੱਲ ਸੁਣਾਉਂਦੇ, ਕਹਿੰਦੇ ਵੀ ਇੱਕ ਬੰਦਾ ਆਇਆ ਤੇ ਪਾਠੀ ਸਿੰਘ ਬੈਠਾ ਸੀ ਮਹਾਰਾਜ ਦੀ ਹਜ਼ੂਰੀ 'ਚ, ਤੇ ਕੋਈ 50 ਵੀ ਚੜ੍ਹਾ ਦਿੰਦੇ ਡਾਲਰ, ਕੋਈ 100 ਵੀ ਚੜ੍ਹਾ ਦਿੰਦਾ। ਹਨਾ, ਤੇ ਉਹਨੇ ਆਇਆ ਤੇ 2-3 ਮੋਟੇ ਨੋਟ ਚੁੱਕੇ ਤੇ ਬੁੱਝ ਪਾ ਲਏ ਸ਼ਰੇਆਮ। ਕੋਈ ਏਦਾਂ ਨਹੀਂ ਕਿ ਕੈਮਰੇ ਕੁਮਰੇ ਲੱਗੇ ਆ, ਕੋਈ ਮੈਨੂੰ ਡਰ ਵਾ ਜਾਂ ਕੋਈ ਨਹੀਂ। ਹਨਾ, ਉਹਨੇ ਚੁੱਕੇ ਤੇ ਬੁੱਝ ਪਾ ਲਏ। ਉਹ ਦੱਸਿਆ ਵੀ ਏਦਾਂ ਬੰਦਾ ਆਉਂਦਾ, ਪੈਸੇ ਚੱਕ ਲੈਂਦਾ। ਪ੍ਰਧਾਨ ਜੀ ਨੇ ਫੜ ਲਿਆ ਕੇ ਤੈਨੂੰ ਕਹਿੰਦੇ ਵੀ ਹਾਂ ਵੀ ਤੂੰ ਪੈਸੇ ਚੱਕੇ। ਕਹਿੰਦਾ ਵੀ ਮੈਂ ਅਰਦਾਸ ਕੀਤੀ ਬਾਬੇ ਦੇ ਅੱਗੇ ਖਲੋ ਕੇ ਕਿ ਮੈਨੂੰ ਪੈਸਿਆਂ ਦੀ ਲੋੜ ਆ, ਜਦੋਂ ਮੈਨੂੰ ਪੈਸਿਆਂ ਦੀ ਲੋੜ ਜਦੋਂ ਮੇਰੇ ਕੋਲ ਹੋਣਗੇ ਮੈਂ ਵਾਪਸ ਕਰ ਦੂੰ। ਬਿਲਕੁਲ ਜੀ, ਬਾਬੇ ਕੋਲ ਲੈ ਆਇਆ ਤੇ ਮੈਂ ਲਿਆ ਬਾਬੇ ਕੋਲ ਧਾਰੇ। ਤੁਸੀਂ ਕੌਣ ਹੁੰਦੇ ਹੋ? ਟੈਕਨੀਕਲੀ ਨਾਲ ਕਹਿੰਦਾ ਕਿ ਹੁਣ ਕੀ ਕਰੀਏ ਇਹਨੂੰ, ਕਿੱਦਾਂ ਇਹਨੂੰ ਉਹਦੀ ਤਲਾਸ਼ੀ ਲਈ ਗਈ ਤੇ ਕੋਈ ਇੰਨੇ ਸਾਰੇ ਨੋਟ ਗੁੱਠੀਆਂ ਬਣ ਕੇ ਬਾਬਿਆਂ ਕੋਲ ਲੈ ਕੇ ਆਇਆ ਸਾਰੇ ਗੁਰਦੁਆਰਿਆਂ ਦੇ ਵਿੱਚ। ਜਿੱਥੇ ਦਾ ਲੱਗਦਾ ਸੁਣ ਗਈ ਇਹ ਹੁਣ ਇਹ ਗੁਰਦੁਆਰਾ ਦਾ ਪ੍ਰਧਾਨ ਕਹਿੰਦਾ ਗੁਰਦੁਆਰਾ ਦਾ ਗੁਰਕ ਤੇ ਮੇਰੀ, ਤੂੰ ਚੋਰੀ ਕੀਤੀ।
ਇਲਜ਼ਾਮ ਦੇ ਕੁੱਟ-ਕੁੱਟ ਕੇ ਮਾਰਤਾ। ਖੈਰ ਉਹਦੀ ਗੱਲ ਕਰਾਂਗੇ ਬਾਅਦ 'ਚ। ਪਰੰਤੂ ਕੀ ਕਹਿਣਾ ਚਾਹੋਗੇ ਇਸ ਵਿਸ਼ੇ ਤੇ? ਇਸ ਵਿਸ਼ੇ ਤੇ ਵੇਖੋ, ਇੱਕ ਪਿੰਡ ਦੇ ਵਿੱਚ ਆਪਣਾ ਮਕਾਨ ਉਹ ਬਣਾ ਰਹੇ ਸੀ ਤੇ ਮਕਾਨ ਦਾ ਮਲਬਾ ਜਿਹੜਾ ਪੁਰਾਣੇ ਮਕਾਨ ਦਾ ਕੱਢਿਆ ਤੇ ਉਹ ਗਲੀ 'ਚ ਰੱਖਣਾ। ਲਖਵਿੰਦਰ ਸਿੰਘ ਨਾਂ ਦਾ ਏਐਸਆਈ ਦਾਰੂ ਪੀ ਅੱਗੇ ਉਹਨੂੰ ਗਾਲਾਂ ਕੱਢੀਆਂ ਆ ਕੇ ਵੀ ਤੁਸੀਂ ਮਾਮੇ ਲੱਗਦੇ ਹੋ, ਗਲੀ 'ਚ ਰੱਖਿਆ। ਮੇਰੇ ਸਾਲੇ ਦੀ ਕੱਲ ਕਾਰ ਆਈ ਹੈ, ਕਾਰ ਨੂੰ ਵੱਜ ਕੇ ਤੁਹਾਡਾ ਮਲਬਾ ਤੇ ਕਾਰ ਖਰਾਬ ਹੋ ਗਈ। ਜੁੱਤ ਕਰਨਾ ਪਈ ਉਹਨੇ ਮਲਬਾ ਸੁੱਟਣ ਦੀ। ਬੰਦ ਕਰੋ ਕਿਸੇ ਤੋਂ ਬਣੋ। ਉਹ ਬਜ਼ੁਰਗ ਬਾਹਰ ਨਿਕਲਿਆ। ਬਜ਼ੁਰਗ ਕਹਿੰਦਾ ਵੀ ਥਾਣੇਦਾਰ ਸਾਹਿਬ ਤੁਸੀਂ ਥਾਣੇਦਾਰ ਹੋ, ਤੁਹਾਨੂੰ ਪਤਾ ਹੋਵੇ ਦੱਸੋ, ਅਸੀਂ ਜੇ ਮਕਾਨ ਰਿਪੇਅਰ ਕਰਦੇ ਤੇ ਮਲਬਾ ਤੇ ਗਲੀ 'ਚ ਰੱਖਣਾ ਨਾ, ਚੁੱਕ ਲਾਂਗੇ ਅਸੀਂ। ਉਹਦੇ ਨਾਲ ਇੱਕ ਸਾਬਕਾ ਜਿਹੜਾ ਸੀ ਪੁਲਿਸ ਵਾਲਾ ਰਲ ਗਿਆ। ਦੋਵਾਂ ਨੇ ਰਲ ਕੇ ਉਹ ਬਜ਼ੁਰਗ ਦੀ ਕੁੱਟਮਾਰ ਕੀਤੀ, ਧੱਕਾ ਮਾਰਿਆ, ਮਲਬੇ ਤੇ ਡਿੱਗਾ ਤੇ ਉਹਨੂੰ ਹਾਰਟ ਅਟੈਕ ਹੋ ਗਿਆ ਤੇ ਉਹ ਵਿਚਾਰਾ ਫਤਿਹ ਬੋਲ ਗਈ। ਬਜ਼ੁਰਗ ਉਹਦੀ ਫਤਿਹ ਬੋਲ ਗਈ, ਥਾਣੇ ਗੱਲ ਗਈ। ਥਾਣੇ ਵਾਲੇ ਕਹਿੰਦੇ ਜੀ ਅਸੀਂ 304 ਦਾ ਪਰਚਾ ਦਰਜ ਕਰਾਂਗੇ। 304 ਦਾ ਬੰਦਾ 304A 304 ਤੇ 302 ਚ ਬੜਾ ਫਰਕ। 304 ਇਹ ਹੁੰਦੀ ਹੈ ਵੀ ਵੇਖੋ ਇਹਦਾ ਇਰਾਦਾ ਕੋਈ ਨਹੀਂ ਸੀ ਮਾਰਨ ਦਾ, ਮਾਰਨਾ ਨਹੀਂ ਸੀ, ਇਹ ਅਚਾਨਕ ਮਰ ਗਿਆ, ਉਹਦੀ ਸਜ਼ਾ ਵੀ ਘੱਟ। 304 ਇਹ ਆ ਵੀ ਇਹਨਾਂ ਦੀ ਆਪਸ ਵਿੱਚ ਲਗਭਗ ਕਿ ਭਾਈ ਇਹ ਮਾਰਨ ਵਾਸਤੇ ਨਹੀਂ ਆਇਆ, ਲੇਕਿਨ ਇਹਦੇ ਵਿੱਚ ਮਰ ਗਿਆ। ਦੇਖੋ, ਲੇਕਿਨ ਉਹਨਾਂ ਨੇ 18 ਘੰਟੇ ਫਿਰ ਜਿਹੜਾ ਸੀ ਥਾਣੇ ਅੱਗੇ ਲੋਕਾਂ ਨੇ ਧਰਨਾ ਦਿੱਤਾ ਤੇ ਫਿਰ ਜਾ ਕੇ ਉਹ 302 ਦਾ ਪਰਚਾ ਦਰਜ ਹੋਇਆ ਤੇ ਇੱਕ ਬੰਦੇ ਗ੍ਰਿਫਤਾਰ ਨਹੀਂ ਕੀਤੇ। ਆਪਣੇ ਭਾਈਬੰਦੀ ਦੀ ਕਿੰਨੀ ਮਦਦ ਕਰਦੇ ਪਿਛਾ ਵੇਖ ਲਓ ਪੁਲਿਸ ਵਾਲੇ। ਜੀ ਬਿਲਕੁਲ, ਕਿੱਡੀ ਕੁ ਵੱਡੀ ਗੱਲ ਸੀ। ਮਲਬਾ ਤੁਸੀਂ ਵੈਸੇ ਮੂੰਹ ਨਾਲ ਗੱਲ ਕਰ ਲਓ, ਕੋਈ ਗੱਲ ਨਹੀਂ, ਮੁਲਕ ਮਲਬਾ ਚੁੱਕਿਆ ਜਾਊਗਾ, ਅੱਜ ਨਹੀਂ ਕੱਲ ਚੁੱਕਿਆ ਜਾਊਗਾ। ਜੇ ਤੁਹਾਡੀ ਕਾਰ ਨਹੀਂ ਲੱਗੀ ਤੇ ਪਿੱਛੇ ਕਾਰ ਖੜੀ ਕਰ ਦਿਓ, ਗਲੀ 'ਚ ਘਰ ਕਿੰਨੀ ਲੰਮੀ ਹੋ। ਇਹ ਤੇ ਲੋਕ ਸਾਰੇ ਕਮੋਡਿਟੀ, ਲੇਕਿਨ ਉਹ ਵਰਦੀ ਜਿਹੜੀ ਹੈ ਨਾ ਉਹ ਨਹੀਂ ਖਲੋਣ ਦਿੰਦੀ। ਮੈਂ ਵਰਦੀ ਪਾਈ ਹੈ, ਮੈਂ ਜੋ ਮਰਜ਼ੀ ਕਰਦਾ, ਮੈਨੂੰ ਕੀ ਪੁੱਛਣ ਵਾਲਾ ਨਹੀਂ। ਜਿਹਦੇ ਕਰਕੇ ਹੁਣ ਜਿਹੜੀਆਂ ਸਲਾਖਾਂ ਪਿੱਛੇ ਜਾਣਗੇ ਤੇ ਹੁਣ ਉਹਨਾਂ ਦੇ ਪਿੱਛੇ ਫਿਰਨਗੇ, ਮਹਾਰਾਜ ਜੇ ਲੈਣਾ ਦੇਣਾ ਲੈ ਲਓ, ਤੁਸੀਂ ਸਾਡੇ ਨਾਲ ਰਾਜੀਨਾਮਾ ਕਰੋ ਜੀ। ਅੱਛਾ ਭੱਟੀ ਸਾਹਿਬ, ਜੰਮੂ ਕਸ਼ਮੀਰ ਦੇ ਵਿੱਚੋਂ ਸਾਡੇ ਇੱਕ ਵੀਰ ਜੀ ਨੇ, ਉਹਨਾਂ ਨੇ ਸਾਨੂੰ ਨੰਬਰ ਵੀ ਦਿੱਤਾ, ਜਗਮੋਹਨ ਸਿੰਘ ਜੀ ਰਹਿਣਾ ਦਾ। ਉਹਨਾਂ ਨੇ ਕਾਫੀ ਰੌਲਾ ਰੱਪਾ ਪਾਇਆ ਕਿ ਸਾਡੇ ਵੀ ਮਸਲੇ ਆ, ਇਹਨੂੰ ਤੁਸੀਂ ਇੱਥੇ ਠਾਪੋ, ਸਾਡਾ ਅਸੀਂ ਬਿਲਕੁਲ ਠੀਕ ਆ, ਸਾਨੂੰ ਇਹਨੂੰ ਭਾਈਚਾਰੇ ਦੇ ਸ਼ਾਂਤੀ ਬਣੀ ਰਹਿਣ ਦਿਓ। ਪਰ ਜੋ ਸਿਰਸਾ ਸਾਹਿਬ ਚੰਨ ਚਾੜ ਕੇ ਆਏ ਨੇ ਉੱਥੇ, ਉਹ ਜੱਗੋਂ 13ਵੇਂ ਤੇ ਵੈਸੇ ਇਹਨਾਂ ਦੇ ਹੋਰ ਵੀ ਕਈ ਕਾਰਨਾਮੇ ਹਨ। ਅਸੀਂ ਰਾਣਾ ਸਾਹਿਬ ਨਾਲ ਅੱਜ ਦੇ ਪ੍ਰਬੰਧ 'ਚ ਗੱਲ ਤਾਂ ਨਹੀਂ ਕਰ ਸਕਾਂਗੇ ਕਿਉਂਕਿ ਸਮਾਂ ਥੋੜ੍ਹਾ ਇਹਨਾਂ ਦੇ ਸਮਾਂ ਨੂੰ ਸਾਨੂੰ ਹੈਲੋ ਹਾਂਜੀ ਕਰਦੇ ਲੱਗ ਜਾਣਾ। ਜੰਮੂ ਕਸ਼ਮੀਰ ਦੇ ਸਿੱਖਾਂ ਨੇ ਸਿਰਸੇ ਨੂੰ ਆੜੇ ਹੱਥੀ ਲਿਆ। 4 ਕੁੜੀਆਂ ਦੇ ਅਗਵਾ ਹੋਣ ਦੇ ਦੋਸ਼ ਝੂਠੇ ਨੇ, ਇਹ ਉਹਨਾਂ ਨੇ ਕਿਹਾ। ਤੇ ਤੁਹਾਨੂੰ ਯਾਦ ਹੋਊਗਾ ਕਿ ਸਤਿਕਾਰਯੋਗ ਸਰਨਾ ਸਾਹਿਬ ਗਏ ਸਨ ਜਾਂ ਸਤਿਕਾਰਯੋਗ ਸਿਰਸਾ ਸਾਹਿਬ ਗਏ ਨੇ ਸੀ, ਤੇ ਮੈਂ ਉਦੋਂ ਇਹ ਗੱਲ ਕੀਤੀ ਸੀਗੀ ਨਨਕਾਣਾ ਸਾਹਿਬ ਵਾਲੇ ਉਹ ਪਾਠੀ ਸਿੰਘ ਦੀ ਧੀ ਬਾਰੇ, ਹਨਾ, ਧੀਆਂ ਸਾਰੀਆਂ ਦੀ ਇੱਕੋ ਜਿਹੀ। ਤੇ ਉਸ ਨੇ ਵਰਲਡ ਵਾਈਡ ਜਦੋਂ ਇਹ ਚਰਚਾ ਛਿੜੀ ਸੀ ਨਾ ਖਬਰ ਦੀ ਵੀ ਨਨਕਾਣਾ ਸਾਹਿਬ ਦਾ ਗ੍ਰੰਥੀ ਧੱਕਾ ਹੋ ਰਿਹਾ ਸਿੱਖਾਂ ਨਾਲ, ਕਿਉਂਕਿ ਨਨਕਾਣਾ ਸਾਹਿਬ ਗੁਰੂ ਨਾਨਕ ਮਹਾਰਾਜ ਦੀ ਜਨਮ ਭੂਮੀ, ਉੱਥੇ ਗੁਰਦੁਆਰਾ ਸਾਹਿਬ ਜਿੱਥੇ ਕਿਤੇ ਸਾਡਾ ਰਾਜ ਸੀਗਾ, ਉੱਥੇ ਇਹ ਕੁਝ ਹੋ ਰਿਹਾ। ਬੜੀ ਗੱਲਬਾਤ ਵਧੀ ਤੇ ਬਾਅਦ ਵਿੱਚ ਕੀ ਨਿਕਲਿਆ ਉਹ ਆਪਾਂ ਸਭ ਜਾਣਦੇ ਹੀ ਹਾਂ, ਹਨਾ। ਇਸੇ ਤਰ੍ਹਾਂ ਮੈਂ ਕਿਹਾ ਸੀ ਵੀ ਜੇ ਉਹ ਕੁੜੀਆਂ ਨੇ ਕਹਿ ਦਿੱਤਾ ਕਿ ਅਸੀਂ ਮਰਜ਼ੀ ਨਾਲ ਵਿਆਹ ਕਰਾਇਆ ਜਾਂ ਕਹਾਣੀ ਹੋਰ ਹੋਈ ਤੇ ਫਿਰ ਉੱਥੋਂ ਕੀ ਵਾਪਸ ਲੈ ਕੇ ਆਉਣਗੇ। ਆਹ ਹੁਣ ਜਿਹੜਾ ਝੂਠ ਦੇ ਦੋਸ਼ ਲੱਗੇ ਨੇ ਕਿ ਵੀ ਅਗਵਾ ਹੋਣ ਦੇ ਦੋਸ਼ ਝੂਠੇ ਨੇ, ਇਹ ਤੇ ਤੁਹਾਡਾ ਨਜ਼ਰੀਆ ਕੀ ਹੈ, ਕੀ ਕਹਿਣਾ ਚਾਹੋਗੇ? ਦੇਖੋ ਜੀ, ਰੈਣਾ ਸਾਹਿਬ ਨੇ ਠੀਕ ਕਿਹਾ। ਆਪਾਂ ਪਹਿਲੇ ਦਿਨ ਵੀ ਗੱਲ ਕੀਤੀ ਸੀ ਕਿ ਜਿਹੜੇ ਸਰਖਾ ਸਾਹਿਬ ਉਹ ਪਿੱਛੇ ਪਲੈਨਿੰਗ ਤਹਿਤ ਕੰਮ ਕਰ ਰਹੇ। ਜਦੋਂ ਉਪ ਰਾਜਪਾਲ ਨੂੰ ਜਾ ਕੇ ਕਹਿੰਦੇ ਆ ਕਿ ਮੇਰੀ ਗ੍ਰਹਿ ਮੰਤਰੀ ਨਾਲ ਗੱਲ ਹੋ ਗਈ ਹੈ ਜੀ, ਤੁਸੀਂ ਜੋ ਮੈਂ ਕਹਿੰਦਾ ਉਹ ਕਰੋ। ਤੁਸੀਂ ਇਹਦਾ ਕਹਿਣ ਤੋਂ ਭਾਵ ਕੀ ਹੈ? ਹੁਣ ਰੈਣਾ ਸਾਹਿਬ ਦੀ ਸਪੋਕਸਮੈਨ ਅਖਬਾਰ 'ਚ ਖਬਰ ਲੱਗੀ, ਭਾਵੇਂ ਥੋੜੀ ਕਾਤਰ 'ਚ ਲੱਗੀ ਖਬਰ ਪੰਜਾਬੀ ਦੇ ਉੱਤੇ। ਉਹ ਕਹਿੰਦੇ ਵੀ ਸਰਸਾ ਸਾਹਿਬ ਜੋ ਕਹਿ ਰਹੇ ਹੋ ਬਿਲਕੁਲ ਝੂਠ ਕਰੇ, ਸਾਡੀਆਂ ਕੁੜੀਆਂ ਅਗਵਾ ਨਹੀਂ ਹੋਈਆਂ। ਫਿਰ ਜਿਹੜੇ ਜੰਮੂ ਕਸ਼ਮੀਰ ਦੇ ਮਸਲੇ ਸਾਡੇ ਹੈਗੇ, ਮਸਲੇ ਸਾਡੇ ਕੁਝ ਹੋਰ ਆ ਤੇ ਇਹ ਜਾਣਬੁੱਝ ਕੇ ਜਿਹੜੀ ਇਹਦੇ 'ਚ ਕਾਂਜੀ ਭੋਲੀ ਗੱਲ ਜਾ ਰਹੀ ਹੈ। ਜੇ ਸਰਸਾ ਸਾਹਿਬ ਸਾਡੀ ਉਹਨਾਂ ਮਸਲੇ 'ਚ ਮਦਦ ਨਹੀਂ ਕਰ ਸਕਦੇ ਤੇ ਫਿਰ ਅਸੀਂ ਆਪਣੇ ਮਸਲੇ ਆਪ ਤੇ ਮੇੜ ਲਾਂਗੇ। 4 ਕੁੜੀਆਂ ਜਿਹੜੀਆਂ ਉਹ ਅਗਵਾ ਨਹੀਂ ਹੋਈਆਂ, ਕਿੱਥੇ ਵਿਖਾਓ? ਹੁਣ ਰੈਣਾ ਸਾਹਿਬ ਨੇ ਕਿਹਾ, ਮੈਂ ਨਹੀਂ ਕਹਿ ਰਿਹਾ।
ਹੁਣ ਸਰਸਾ ਸਾਹਿਬ ਜਵਾਬ ਦੇ। ਸਰਸਾ ਸਾਹਿਬ ਨੇ ਜਾ ਕੇ ਉੱਥੇ ਸਿੱਖਾਂ ਨੂੰ ਭੜਕਾਇਆ। ਸਗੋਂ ਚਾਹੀਦਾ ਹੈ ਸੀ ਜਿਹੜੀ ਗੱਲ ਸਰਨਾ ਸਾਹਿਬ ਨੇ ਕੀਤੀ ਉਹ ਠੀਕ ਕੀਤਾ ਉਹਨਾਂ ਨੇ। ਉਹਨਾਂ ਪ੍ਰੈਸ਼ਨ ਕੀਤੀ ਤੇ ਉੱਥੋਂ ਦੇ ਜਿਹੜੇ ਲੀਡਰ ਸੀ ਧਾਰਮਿਕ ਆਗੂ ਬਿਠਾ ਲਿਆ ਕੋਲ। ਦੱਸੋ ਜੀ ਕੀ ਕਰਨਾ ਸੀ, ਤੁਸੀਂ ਦੱਸੋ ਕੀ ਕਰੀਏ ਹੁਣ। ਉਹਨਾਂ ਨੇ ਕਿਹਾ ਤੁਸੀਂ ਬਿਲਕੁਲ ਸਰਦਾਰੋ ਠੀਕ ਜੀ, ਅਸੀਂ ਤੁਹਾਡੇ ਨਾਲ, ਸਾਡਾ 9 ਮਾਸ ਦਾ ਰਿਸ਼ਤਾ, ਅਸੀਂ ਸਦੀਆਂ ਤੋਂ ਇਕੱਠੇ ਰਹਿ ਰਹੇ ਹਾਂ, ਅਸੀਂ ਇਕੱਠੇ ਰਹਾਂਗੇ, ਅਸੀਂ ਵੱਖ ਨਹੀਂ ਹੋਵਾਂਗੇ, ਲੇਕਿਨ ਜਿਹੜੇ ਬੰਦੇ ਨੇ ਗਲਤੀ ਕੀਤੀ ਉਹਨੂੰ ਸਜ਼ਾ ਵੀ ਦੇਵਾਂਗੇ ਅਸੀਂ। ਤੁਸੀਂ ਚਿੰਤਾ ਨਾ ਕਰੋ, ਗਾਂ ਇਹੋ ਜਿਹੀ ਗੱਲ ਕੋਈ ਨਹੀਂ ਵਾਪਰੀ। ਇਹ ਹੁੰਦੀ ਸਿਆਣਪ ਜੀ, ਇਹ ਹੁੰਦਾ ਕੰਮ ਕਰਨ ਦਾ ਤਰੀਕਾ। ਜਿਹੜਾ ਕਹਿ ਦੇਣਾ ਅਸੀਂ ਮਾਰ ਦਿਆਂਗੇ, ਕਰ ਦਿਆਂਗੇ, ਅਸੀਂ ਕੇਸ ਠੋਕ ਦਿਆਂਗੇ, ਅੰਦਰ ਦੇ ਦਿਆਂਗੇ, ਉਹ ਗੱਲਾਂ ਮਾੜੀਆਂ। ਸਰਸਾ ਸਾਹਿਬ ਦੇਖੋ ਕੱਲ ਲੱਖੇ ਸਿਧਾਣੇ ਨੇ ਕੀ ਕਿਹਾ। ਲੱਖੇ ਸਿਧਾਣੇ ਦੀ ਜਦੋਂ ਕੱਲ ਉੱਥੇ ਇਹ ਆਪਣੀ ਉਹ ਸ਼ਾਮਲ ਤਫਤੀਸ਼ ਹੋਇਆ, ਸ਼ਾਮਲ ਤਫਤੀਸ਼ ਹੋਣ ਤੋਂ ਬਾਅਦ ਬਕਾਇਆ ਤੌਰ ਤੇ ਲਾਈਵ ਹੋਇਆ ਤੇ ਸਰਸਾ ਸਾਹਿਬ ਨਾਲ ਸੀ। ਉਹਨੇ ਲਾਈਵ ਕਹਿ ਦਿੱਤਾ ਜੀ ਵੇਖੋ ਜੀ ਸਹੀ ਨਹੀਂ, ਬਾਦਲਾਂ ਨੇ ਬਿਲਕੁਲ ਡੈਡਲੀ ਖਿਲਾਫ ਉਹਨਾਂ ਪੰਜਾਬ ਦਾ ਬੜਾ ਨੁਕਸਾਨ ਕੀਤਾ। ਤੇ ਸਰਸਾ ਸਾਹਿਬ ਦੇ ਪੱਲੇ ਕੀ ਰਿਹਾ? ਉਹ ਕਹਿੰਦੇ ਸਰਸਾ ਸਾਹਿਬ ਨੇ ਕਹਿਣਾ ਪਿਆ ਦੇਖੋ ਜੀ ਜੇ ਅਸੀਂ ਤੁਹਾਡੀ ਸਪੋਰਟ ਕਰ ਰਹੇ ਹਾਂ, ਅਸੀਂ ਪਾਰਟੀ ਬਾਜੀ ਉੱਪਰ ਕੁੱਟ ਕਰ ਰਹੇ ਹਾਂ, ਅਸੀਂ ਆਪਣੀ ਕੌਮ ਦੀ ਗੱਲ ਕਰ ਰਹੇ ਹਾਂ, ਅਸੀਂ ਪਾਰਟੀ ਦੀ ਵਜ੍ਹਾ, ਲੇਕਿਨ ਤੁਸੀਂ ਇੰਨੇ ਸਖਤ ਨਾ ਬੋਲੋ। ਲੱਖੇ ਸਿਧਾਣੇ ਦਾ ਲਾਈਵ ਹੋ ਕੇ ਇੰਨੀ ਗੱਲ ਕਹਿਣਾ, ਉਹਨੇ ਕਿਉਂ ਕਿਹਾ? ਕਿਸੇ ਗੱਲ ਤੋਂ ਦੁਖੀ ਹੋ ਜਿਹਦੀ ਗੱਲ ਕਹੀ। ਇੱਕ ਤੇ ਸਰਸਾ ਸਾਹਿਬ ਨੂੰ ਚਾਹੀਦਾ ਸੀ ਕਹਿੰਦੇ ਤੁਸੀਂ ਸੇਵਾ ਕਰਦੇ ਹੋ ਕਰੋ, ਤੁਸੀਂ ਪ੍ਰਧਾਨ, ਤੁਹਾਡੀ ਰਿਸਪੌਂਸਿਬਿਲਿਟੀ ਦੂਜਿਆਂ ਨੂੰ ਵੱਧ ਬਣਦੀ ਹੈ, ਲੇਕਿਨ ਜਾ ਕੇ ਮਸਲੇ ਨੂੰ ਉਲਝਾਉਣ ਦੀ ਬਜਾਏ ਸੁਲਝਾਉਣ ਵਾਲੇ ਪਾਸੇ ਤੁਰੋ। ਜੇ ਸੁਲਝਾ ਨਹੀਂ ਸਕਦੇ ਤਾਂ ਨਾ ਜਾਓ ਜੀ, ਆਪੇ ਅਗਲੇ ਵੇਖਣਗੇ ਜੀ। ਔਰ ਅਸੀਂ ਦੋਸਤੋ ਕੋਸ਼ਿਸ਼ ਕਰਾਂਗੇ ਕੱਲ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਰਾਣਾ ਸਾਹਿਬ ਨਾਲ ਗੱਲਬਾਤ ਕਰ ਸਕੀਏ ਤੇ ਉਹਨਾਂ ਦਾ ਨਜ਼ਰੀਆ ਲੈ ਸਕੀਏ। ਸੋ ਜੇਕਰ ਕਿਸੇ ਲੜਕੀ ਦਾ ਕਿਸੇ ਬੰਦੇ ਦੇ ਨਾਲ ਜਾਤ ਪਾਤ ਤੋਂ ਉੱਪਰ ਉੱਠ ਕੇ ਇਸ਼ਕ ਹੋ ਜਾਂਦਾ ਹੈ ਤਾਂ ਉਹ ਬੱਚੀਆਂ ਬਾਬੇ ਦੀ ਬਾਣੀ ਦਾ ਜਵਾਬ ਮੰਗਦੀਆਂ ਨੇ। ਬੜੇ ਸਵਾਲ ਆਏ ਨੇ, ਕਿਤੇ ਵੇਲੇ ਬਹਿਸਾਂ ਦੇ ਵਿੱਚ ਪਈਏ ਨਾ ਤਾਂ ਕਹਿੰਦੇ ਕਿ ਤੁਸੀਂ ਤਾਂ ਕਹਿੰਦੇ ਹੋ ਮਾਨਸ ਕੀ ਜਾਤ ਸਭ ਬੇਕੇ ਪਹਿਚਾਨ। ਜੀ ਜੀ ਜੀ, ਪੜ੍ਹੀਆਂ ਲਿਖੀਆਂ ਕੁੜੀਆਂ ਸਵਾਲ ਕਰਦੀਆਂ ਨੇ ਜਿਨ੍ਹਾਂ ਨੇ ਬਾਣੀ ਨੂੰ ਪੜ੍ਹਿਆ। ਸਭੇ ਸਾਂਝੀ ਵਾਲਸਦਾਇਨ ਕੋਈ ਨਾ ਦਿਸੇ ਬਾਹਰ ਆ ਗਈ। ਤੁਸੀਂ ਕਵਲਪ੍ਰੀਤ ਤੋਂ ਸੁਣੋ ਜੀ ਜੋ ਕੁਛ ਕਿਹਾ। ਕਵਲਪ੍ਰੀਤ ਬਹੁਤ ਸਵਾਲ ਕਰਦੇ ਨੇ ਬੱਚੇ ਬੱਚੀਆਂ। ਤੁਸੀਂ ਕਹਿੰਦੇ ਵੀ ਬਹਿ ਜਾਂਦੇ ਹੋ ਮਾਈਕਾਂ ਤੇ, ਜਦੋਂ ਗੱਲ ਕਰੀਏ ਨਾ ਬਹਿ ਜਾਂਦੇ ਹੋ ਮਾਈਕਾਂ ਤੇ, ਬਹਿ ਜਾਂਦੇ ਹੋ ਸਟੇਜਾਂ ਤੇ ਗੱਲਾਂ ਕਰਦੇ ਹੋ, ਬਾਬੇ ਦੀ ਬਾਣੀ ਦਾ ਜਵਾਬ ਦਿਓ। ਤੇ ਉਦੋਂ ਸਾਡੇ ਕੋਲ ਜਵਾਬ ਨਹੀਂ, ਸਿਰਫ ਕੱਟੜਤਾ ਰਹਿ ਜਾਂਦੀ ਹੈ। ਜੇ ਇੱਕ ਲੜਕੀ ਆਪਣੀ ਮਰਜ਼ੀ ਨਾਲ ਸ਼ਾਦੀ ਕਰਾਉਂਦੀ ਹੈ, ਬਾਲਗ ਹੈ, ਕਾਨੂੰਨ ਦੁਨੀਆ ਦਾ ਕਹਿੰਦਾ ਕਿ ਠੀਕ ਹੈ। ਇੱਕ ਮੁੰਡਾ ਸਿੱਖਾਂ ਦਾ ਮੁੰਡਾ ਸਿੱਖਾਂ ਦੀ ਕੁੜੀ ਨੂੰ ਜ਼ਬਰਦਸਤੀ ਗਨ ਦੀ ਨੋਕ ਤੇ ਉਧਾਲ ਕੇ ਲੈ ਕੇ ਜਾਂਦਾ, ਉਹ ਕੀ ਆ? ਪਿਓ ਰੋਕਦਾ ਤੇ ਸ਼ਰੇਆਮ ਛਿਹਾੜੇ ਦੇ ਵਿੱਚ ਗੋਲੀ ਮਾਰ ਦਿੱਤੀ ਜਾਂਦੀ ਹੈ ਵੀ ਤੇਰਾ ਕੀ ਹੱਕ ਆ, ਮੇਰਾ ਹੱਕ ਆ। ਰਾਹ ਜਾਂਦੀ ਕੁੜੀ ਨੂੰ ਛੇੜਦਾ, ਸਿੱਖਾਂ ਦਾ ਮੁੰਡਾ ਸਿੱਖਾਂ ਦੀ ਕੁੜੀ ਨੂੰ ਛੇੜਦਾ, ਉਹਨੂੰ ਹੱਕ ਹੈ। ਫਰੀਦਕੋਟ ਦੀ ਕਹਾਣੀ ਯਾਦ ਨਹੀਂ ਤੁਹਾਨੂੰ? ਕੀ ਕੁਝ ਹੋਇਆ ਸੀ? ਸ਼ਰੇਆਮ ਚਾਂਗਰਾ ਮਾਰ ਕੇ ਚੈਲੰਜ ਕਰਕੇ ਲੈ ਕੇ ਗਿਆ ਸੀ ਧੀ ਕਿਸੇ ਦੀ, ਉਹ ਜਾਇਜ਼ ਹੈ? ਸੋ ਇਸ ਕਰਕੇ ਬਹੁਤ ਕੁਝ ਸਵਾਲ ਕਰਦੇ ਨੇ ਬੱਚੇ ਬੱਚੀਆਂ। ਜਦੋਂ ਅਸੀਂ ਨਾ ਆਫ ਦੀ ਏਅਰ ਹੁੰਦੇ ਹਾਂ ਬੜੇ ਸਵਾਲ ਆਉਂਦੇ ਨੇ। ਇਹ ਮਤ ਸੋਚੋ ਕਿ ਸਾਨੂੰ ਨੌਜਵਾਨ ਵਰਗ ਨਹੀਂ ਸੁਣਦਾ ਜਾਂ ਨਹੀਂ ਦੇਖਦਾ। ਡਿਜੀਟਲ ਯੁੱਗ ਹੈ, ਕਿਸੇ ਵੇਲੇ ਵੀ ਟਿਊਨ ਕਰਦਿਆਂ ਹੋਇਆਂ 1 ਮਿੰਟ 1 ਸੈਕਿੰਡ ਵੀ ਕਿਤੇ ਚੰਗੇ ਟੌਪਿਕ ਤੇ ਰੁਕ ਗਿਆ, ਚਾਹੇ ਕੋਈ ਵੀ ਟੈਲੀਵਿਜ਼ਨ ਤੇ, ਬੰਦਾ ਦੇਖਦਾ ਤੇ ਸਵਾਲ ਵੀ ਕਰਦਾ ਵੀ ਤੁਸੀਂ ਇਸ ਟੌਪਿਕ ਤੇ ਗੱਲ ਕਰ ਰਹੇ ਸੀ, ਮੈਂ ਪਾਰਟੀਸਪੇਟ ਕਰਨਾ, ਮੈਂ ਆਪਣੇ ਵਿਚਾਰ ਦੇਣੇ ਨੇ। ਤੇ ਸਾਡੇ ਕੋਲ ਕਈ ਇਹੋ ਜਿਹੀਆਂ ਗੱਲਾਂ ਹੁੰਦੀਆਂ ਨੇ, ਮਾਫ਼ ਕਰਨਾ ਜਵਾਬ ਨਹੀਂ ਹੁੰਦੇ ਜਦੋਂ ਅਗਲਾ ਗਿਆਨ ਲੈ ਕੇ ਆਉਂਦਾ। ਬਿਲਕੁਲ ਸਹੀ ਗੱਲ ਨਹੀਂ, ਅਗਲਾ ਅਸੀਂ ਸਿਰਫ ਬਿਲਕੁਲ ਠੀਕ ਕਹਿ ਰਹੇ ਹੋ ਤੁਸੀਂ। ਅਸੀਂ ਹਉਮੈ ਦੀ ਤੇ ਹੰਕਾਰ ਦੀ ਲੜਾਈ ਲੜ ਕੇ ਉੱਥੇ ਬਹਿ ਜਾਂਦੇ ਹਾਂ। ਚੁੱਪ ਕਰ, ਬੱਚੀ ਨੂੰ ਘਰੇ ਤੇ ਬਿਠਾ ਦੋਗੇ, ਚੁੱਪ ਕਰ, ਬਹੁਤਾ ਬੋਲਦੀ ਨੂੰ ਪਤਾ ਹੈ ਨਹੀਂ, ਮੁੰਡੇ ਨੂੰ ਥੱਪੜ ਲਾ ਦਾਂਗੇ ਫਿਰ, ਹੈਨਾ। ਵੈਸੇ ਪਰ ਜਦੋਂ ਕਿਸੇ ਮੰਚ ਤੇ ਬੈਠ ਕੇ, ਆ ਜਿਹੜਾ ਮੰਚ ਆ ਨਾ, ਇਸ ਮੰਚ ਤੇ ਬਹਿ ਕੇ ਜ਼ਿੰਮੇਵਾਰੀ ਨਾਲ ਜੇ ਤੁਸੀਂ ਕੰਮ ਕਰਦੇ ਹੋ, ਤੁਹਾਨੂੰ ਸਵਾਲ ਕੀਤੇ ਜਾਂਦੇ ਨੇ ਤੇ ਤੁਹਾਨੂੰ ਉਹਨਾਂ ਦੀ ਖੋਜ ਕਰਨੀ ਪੈਂਦੀ ਹੈ। ਤੇ ਬੜਾ ਵੱਡਾ ਹਿਰਦਾ ਹੁੰਦਾ ਵੀ ਸਾਡੇ ਕੋਲ ਸਾਰੇ ਸਵਾਲਾਂ ਦੇ ਜਵਾਬ ਨਹੀਂ ਹੁੰਦੇ। ਜਵਾਬ ਨਹੀਂ, ਬਿਲਕੁਲ ਕਰਨੀ ਵੀ ਨਹੀਂ ਖੋਜੀ, ਕੋਈ ਸ਼ੱਕ ਵਾਲੀ ਗੱਲ ਨਹੀਂ, ਬਿਲਕੁਲ ਠੀਕ ਕਹਿ ਰਹੇ। ਸੋ ਇਸ ਕਰਕੇ ਬਹੁਤ ਕੁਝ ਆ ਛੁਪਿਆ ਜੋ ਸਿਰਸਾ ਸਾਹਿਬ ਕਰਕੇ ਆਏ ਨੇ। ਉਹ ਰਾਣਾ ਸਾਹਿਬ ਨਾਲ ਆਪਾਂ ਕਰਾਂਗੇ ਗੱਲ ਕੱਲ ਦੇ ਸ਼ੋਅ ਦੇ ਵਿੱਚ। ਆਪਾਂ ਥੋੜਾ ਜਿਹਾ ਸਮਾਂ ਵੱਧ ਲੈ ਲਾਂਗੇ, ਆਰਟੀਕਲ ਥੋੜੇ ਜਿਹੇ ਸਾਈਡ ਤੇ ਕਰ ਦਾਂਗੇ ਕਿਉਂਕਿ ਉਹ 15-20-25 ਮਿੰਟ ਵੱਜ ਜਾਣਗੇ, ਫਿਰ ਆਪਾਂ ਗੱਲਬਾਤ ਜ਼ਰੂਰ ਕਰਾਂਗੇ। ਰਾਹੁਲ ਗਾਂਧੀ ਨੇ ਕੀਤੀ ਜੀ 23 ਆਗੂਆਂ ਨਾਲ ਸੁਲ੍ਹਾ ਬਣ
ਸਕਦੇ ਹਨ ਪ੍ਰਧਾਨ ਲੱਗਦਾ ਤੁਹਾਨੂੰ? ਬਿਲਕੁਲ ਜੀ ਬਿਲਕੁਲ। 23 ਆਗੂ ਵਿਚਾਰੇ ਹੁੱਸੇ ਪਏ ਨੇ, ਉਹਨਾਂ ਦੀ ਸੁਣਵਾਈ ਕਿਸੇ ਨੇ ਕੀਤੀ। ਜਦੋਂ ਉਹਨਾਂ ਨੇ ਇੱਕ ਮੱਦ ਰੱਖੀ ਸੀ ਵੀ ਵੇਖੋ ਭਾਈ ਤੁਸੀਂ ਇੱਥੇ ਪ੍ਰਧਾਨਗੀ ਜਿਹੜੀ ਆ ਉਹਦੀ ਚੋਣ ਕਰਾਓ, ਡੈਮੋਕ੍ਰੈਟਿਕ ਵੇ ਨਾਲ ਨੋਮੀਨੇਟ ਤਾਂ ਕਰੋ, ਮਨ ਚ ਜਾਇਜ਼ ਸੀ। ਉਦੋਂ ਉਹਨਾਂ ਕੋਲ ਇੱਕ ਬੜਾ ਵਧੀਆ ਮੁੱਦਾ ਆ ਗਿਆ ਸੀ, ਮੇਰੀ ਮਾਂ ਤੇ ਬਿਮਾਰ ਪਈ ਹੈ ਤਾਂ ਤੁਸੀਂ ਗੱਲ ਕਰਦੇ ਚੋਣ ਦੀ ਕਰੀ ਜਾਂਦੇ ਤੁਸੀਂ। ਮੁੜ ਕੇ ਉਹਨਾਂ ਅੱਗੋਂ ਦੀ ਪੁੱਛਿਆ ਕਿਸੇ ਨੇ। ਹੁਣ ਆ ਕੇ ਜਦੋਂ ਇਹਨਾਂ ਨੇ ਕਿਹਾ, ਜਿਹੜੇ ਸਾਡੇ ਹੈਗੇ ਨੇ ਗੁਲਾਮ ਨਬੀ ਆਜ਼ਾਦ, ਉਹ ਵੀ ਉਹਨਾਂ 23 ਅੱਗੋਂ ਸ਼ਾਮਲ ਸੀ, ਮਨੀਸ਼ ਤਿਵਾੜੀ ਪੰਜਾਬ ਵਾਲੇ ਵੀ ਸ਼ਾਮਲ ਸੀਗੇ। ਗੁਲਾਮ ਨਬੀ ਆਜ਼ਾਦ ਨੂੰ ਜਦੋਂ ਕਿਹਾ ਵੀ ਤੁਹਾਨੂੰ ਅਸੀਂ ਮੈਂਬਰ ਪਾਵਾਂਗੇ ਰਾਜ ਸਭਾ ਦੇ ਤਾਮਿਲਨਾਡੂ ਤੋਂ, ਉੱਥੋਂ ਥੋੜ੍ਹੀ ਜਿਹੀ ਇਹਨਾਂ ਦੇ ਵਿੱਚ ਆਪਸੀ ਨੇੜਤਾ ਵਧੀ ਤੇ ਹੁਣ ਉਹਨਾਂ ਕਹਿਤਾ ਵੀ ਠੀਕ ਹੈ ਜੀ ਤੁਸੀਂ ਪ੍ਰਧਾਨ ਬਣਨਾ, ਪ੍ਰਧਾਨ ਬਣ ਜਾਓ। ਜੇ ਤੁਸੀਂ ਲੋਕ ਸਭਾ ਦੇ ਵਿੱਚ ਜਿਹੜਾ ਮਲਕਤ ਦੇ ਖੜਗੇ ਨੂੰ ਪਾਸੇ ਕੇ ਤੁਸੀਂ ਆਪਣਾ ਬਣਨਾ ਵਾ ਪਾਰਟੀ ਮੁਖੀ ਬਣਨਾ, ਉਹ ਬਣ ਜਾਓ, ਮਰਜ਼ੀ ਬਣ ਜਾਓ ਤੁਸੀਂ। ਉਹਨਾਂ ਖੁਦ ਹੀ ਛੁੱਟੀ ਦੇ ਦਿੱਤੀ ਹੁਣ। ਇਸ ਕਰਕੇ ਹੁਣ ਉਮੀਦ ਹੈ ਵੀ ਉਹ ਰਸਤਾ ਸਾਫ਼ ਹੋ ਗਿਆ। ਜਿਹੜੇ ਬੰਦੇ ਅੜਚਣ ਪਾਉਂਦੇ ਸੀ ਉਹ ਨਾਲ ਤੁਰ ਪਏ ਨੇ। ਹੁਣ ਕਿਸੇ ਵੇਲੇ ਵੀ ਪ੍ਰਧਾਨਗੀ ਦੀ ਚੋਣ ਹੋ ਸਕਦੀ ਤੇ ਉਹ ਪ੍ਰਧਾਨ ਬਣ ਸਕਦੇ ਨੇ ਜੀ। ਇਹ ਬੰਦਾ ਕਾਲਰ ਨੇ, ਦੇਖਦੇ ਹਾਂ ਕੀ ਕਹਿਣਾ ਚਾਹੁੰਦੇ। ਵੈਲਕਮ ਜੀ। ਹੈਲੋ ਭਾਈ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਭੈਣ ਜੀ। ਪੱਟੀ ਸਾਹਿਬ ਨੂੰ ਵੀ ਸਤਿ ਸ੍ਰੀ ਅਕਾਲ। ਹਾਂਜੀ ਭਾਜੀ, ਆਪਾਂ ਗੱਲ ਸੁਣ ਰਹੇ ਸੀਗੇ ਤੁਹਾਡੀ ਵੀ ਅੱਜ ਜੋ ਵੀ ਉਹਨਾਂ ਨੇ ਕਿਹੜੇ ਮੁੰਡਿਆਂ ਨੇ ਕਿਹੜੇ ਕੁੜੀ ਨਾਲ ਵਿਆਹ ਕਰਾਇਆ ਤੇ ਅੱਜ ਦੇਖ ਲਓ। ਅੱਜ ਮੈਂ ਤਾਂ ਇਹ ਸੋਚਦੀ ਹਾਂ ਵੀ ਅਜੇ ਤੱਕ ਆਪਣੇ ਬੱਚੇ ਤਾਂ ਕਰਾ ਲੈਣਗੇ, ਹੁਣ ਤੱਕ ਆਪਣੀਆਂ ਕੁੜੀਆਂ ਨਾਲ ਜਾਂ ਕਿੱਦਾਂ। ਵੀ ਜਿਹੜੇ ਗਾਂਹ ਬੱਚੇ ਆ ਉਹਨਾਂ ਤਾਂ ਨਹੀਂ ਕਿਤੇ, ਚਾਹੇ ਉਹ ਇੰਡੀਆ ਆ ਚਾਹੇ ਇੱਥੇ ਆ, ਉਹਨਾਂ ਨੂੰ ਜਾਤ ਪਾਤ ਨਹੀਂ ਦੇਖਣੀ, ਹੁਣੇ ਪੁੱਛ ਲੈਂਦੇ ਇਹਦੇ ਵਿੱਚ ਕੀ ਫਰਕ ਆ। ਕ੍ਰਿਸਚੈਨਿਟੀ ਕਿਉਂ ਅਪਣਾਉਂਦੇ ਆ ਜੀ ਲੋਕ ਅੱਜ ਕੱਲ੍ਹ? ਸਾਡੇ ਸਿੱਖ ਕੀ ਕਰ ਰਹੇ ਆ, ਜੋ ਕੀ ਹੋ ਰਿਹਾ ਆ ਉਹ ਤਾਂ ਉਹ ਕਰ ਨਹੀਂ ਰਿਹਾ। ਗੁਰੂ ਗ੍ਰੰਥ ਸਾਹਿਬ ਜੀ ਦਾ ਕੋਈ ਨਿਆਂ ਨਹੀਂ ਕਰ ਰਿਹਾ ਇੰਡੀਆ ਦੇ ਵਿੱਚ। ਸਾਡੇ ਬਾਬਾ ਜੀ ਦਾ ਏਦਾਂ ਹੋ ਗਿਆ ਤੇ ਇਹ ਇੱਧਰ ਨੂੰ ਲਈ ਫਿਰਦੇ ਆ, ਉਹ ਨਹੀਂ ਹੋ ਗਿਆ, ਪੋਲੀਟਿਕਸ ਕਰਦੇ ਆ। ਪਹਿਲਾਂ ਆਪਣਾ ਆਪ ਤਾਂ ਸਾਂਭ ਲੈਣ, ਸਿੱਖ ਸੁਧਾਰ ਤਾਂ ਕਰ ਲੈਣ। ਇਹ ਬੱਚਿਆਂ ਦਾ ਇਹਨਾਂ ਨੂੰ ਕੋਈ ਫਿਕਰ ਨਹੀਂ ਕਰਨਾ ਚਾਹੀਦਾ, ਕਿਹੜਾ ਵਿਆਹ ਕਰਾਉਂਦਾ, ਕਿਹਦੇ ਨਾਲ ਕਰਾਉਂਦਾ ਹੈ। ਨਹੀਂ, ਆਪਣਾ ਆਪ ਤੇ ਸਿੱਖਾਂ ਨੇ ਤੇ ਸੰਭਾਲਿਆ ਹੋਇਆ। ਸਿੱਖਾਂ ਦੇ ਲੀਡਰਾਂ ਨੂੰ ਤੁਸੀਂ ਕਹਿ ਸਕਦੇ ਹੋ ਸੋ ਕਾਲਡ ਜਿਹੜੇ ਬਕਾਊ ਬਿਰਤੀ ਵਾਲੇ ਨੇ, ਉਹਨਾਂ ਦੀ ਗੱਲ ਕਰੋ। ਹਾਂਜੀ ਮਿਹਰਬਾਨੀ। ਤੇ ਦੇਖ ਲਓ ਤੁਸੀਂ ਭਾਜੀ, ਦੇਖ ਲਿਓ ਇੱਥੇ ਆਪਾਂ ਰਹਿਣਾ, ਇਹ ਦੇਖ ਲਓ ਥੋੜੇ ਸਾਲ ਹੋ ਰਿਹਾ, ਦੇਖਿਓ ਇਹ ਆਹ ਜਿਹੜਾ ਨਾ ਥੋੜਾ ਬਹੁਤਾ ਆਹ ਸਿੱਖੀ ਦਾ ਤਾਂ ਆਪਣੇ ਤੱਕ ਤਾਂ ਹੈਗਾ, ਗਾਂਹ ਬੱਚੇ ਦੇਖਦੇ ਕੀ ਹੋ ਰਿਹਾ। ਨਹੀਂ, ਮੈਂ ਡਿਨਾਈ ਕਰਦਾ ਭੈਣ ਮੇਰੀ ਇਹ ਤੁਹਾਡੀ ਗੱਲ ਨਾ। ਸਿੱਖੀ ਜਿਹੜੀ ਹੈ ਨਾ ਉਹ ਚੜ੍ਹਦੀ ਕਲਾ ਦੇ ਵਿੱਚ ਹੈ ਤੇ ਚੜ੍ਹਦੀ ਕਲਾ ਦੇ ਵਿੱਚ ਰਹੇਗੀ। ਜ਼ਕਰੀਆ ਖਾਨ ਦੇ ਵੇਲੇ ਤੇ ਡੰਡੋਰੀ ਪਟਾਤੀ ਸੀ, ਸ਼ਾਇਦ ਤੁਸੀਂ ਇਤਿਹਾਸ ਨੂੰ ਸੁਣਦੇ ਹੋ, ਪੜ੍ਹਦੇ ਹੋ। ਉਦੋਂ ਦੋ ਹੀ ਸੀ, ਉਹਨਾਂ ਨੇ ਖਾਲਸਾ ਰਾਜ ਕਰਤਾ। ਨਹੀਂ, ਤੁਸੀਂ ਗੱਲ ਸਿੱਖੀ ਦੀ ਗੱਲ ਕੀਤੀ ਵਿੱਚ, ਤਾਂ ਕਰਕੇ ਮੈਨੂੰ ਬੈਲੈਂਸ ਕਰਨਾ ਪੈਣਾ। ਸਿੱਖੀ ਕਿਤੇ ਨਹੀਂ ਚੱਲੀ। ਇਹ ਜਿਹੜੇ ਸੋ ਕਾਲੇ ਬੱਦਲ ਜਿਹੜੇ ਆ ਨਾ, ਇਹ ਉੱਡ ਜਾਣੇ ਆ। ਸਹੀ ਦੱਸਦਾ ਹੀ ਨਹੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਰੇ, ਤਾਂ ਉਹ ਕਿੱਧਰ ਨੂੰ ਜਾਊਗੀ? ਕੋਈ ਨਹੀਂ, ਕਠਾਲੇ 'ਚ ਪਈ ਹੋਈ ਆ, ਦੱਸਣ ਵਾਲੇ ਸਹੀ ਦੱਸਦੇ ਵੀ ਨੇ। ਇਹ ਸਿੱਖੀ ਕਠਾਲੇ 'ਚ ਪਈ ਆ, ਖਰਾ ਸੋਨਾ ਬਣ ਕੇ ਹੈਗੀ ਹੈ ਤੇ ਖਰਾ ਸੋਨਾ ਖਰਾ ਹੀ ਰਹਿਣਾ। ਖਰਾ ਤਾਂ ਰਹਿਣਾ ਆ, ਪਰ ਇਹ ਜਿਹੜੇ ਏਦਾਂ ਹੀ ਹਾਲ ਆਪਾਂ ਵੇਗ ਚ ਆ ਕੇ ਨਾ ਭੈਣ ਜੀ, ਮੈਂ ਵੀ ਤੁਹਾਡੇ ਵਾਂਗੂ ਵੇਗ ਚ ਆ ਕੇ ਕਿਸੇ ਵੇਲੇ ਇਹੋ ਜਿਹੀ ਗੱਲ ਕਰ ਜਾਂਦੇ ਆ ਕਿ ਜਿਹਦਾ ਮੁੜ ਕੇ ਸਾਨੂੰ ਜਵਾਬ ਨਹੀਂ ਮਿਲਦਾ। ਸਿੱਖੀ ਨਹੀਂ ਕਿਤੇ, ਸਿੱਖੀ ਕੋਈ ਖਤਰੇ ਚ ਨਹੀਂ ਜਾਣੀ ਭਾਜੀ, ਮੈਂ ਮੰਨਦੀ ਤੁਹਾਡੀ ਗੱਲ। ਇਸੇ ਤਰ੍ਹਾਂ ਪੰਜਾਬੀ ਮਾਂ ਬੋਲੀ ਵੀ ਖਤਰੇ 'ਚ ਨਹੀਂ। ਸਿੱਖੀ ਇੱਕ ਖਟਾਲੇ 'ਚ ਪਈ ਹੈ, ਖਰਾ ਸੋਨਾ ਆ ਕੇ ਨਿਕਲਦੀ ਹੈ ਔਰ ਖਰਾ ਹੀ ਰਹਿਣਾ। ਪਰ ਖਰੇ ਬੰਦੇ ਆਉਣਗੇ ਤਾਂ ਫੇਰ ਹੀ ਆ ਜਾਣਗੇ ਨਾ, ਪਰ ਉਹੀ ਤੇ ਖਟਾਲੇ 'ਚ ਤੇ ਉਹੀ ਤੇ ਇਮਤਿਹਾਨ ਆ। ਇਹ ਤੇ ਇਮਤਿਹਾਨ ਦੀ ਘੜੀ ਆ। ਹਾਂਜੀ। ਜੇ ਅੱਜ ਦੁਨੀਆ ਦਾ ਪ੍ਰਸਿੱਧ, ਵੇਖੋ ਗੱਲ ਸੁਣੋ, ਸਿੱਖੀ ਕਮਾਉਣ ਦਾ ਸਿੱਖੀ ਇਹ ਨਹੀਂ ਹੈਗਾ ਕਿ ਵਿਖਾਵੇ ਦੀ ਸਿੱਖੀ ਆ। ਗੁਰੂ ਗੋਬਿੰਦ ਸਿੰਘ ਕਲਗੀਧਰ ਪਿਤਾ ਜੀ ਨੇ ਬੜੇ ਦੂਰ ਅੰਦੇਸ਼ੀ ਤੇ ਜਾਣੀ ਜਾਣ ਸੀ, ਰਹਿਤ ਪਿਆਰੀ ਮੁਝਕੋ ਸਿੱਖ ਪਿਆਰਾ ਨਹੀਂ। ਇੱਕ ਮਿੰਟ ਭੈਣ ਜੀ, ਇੱਕ ਮਿੰਟ ਗੱਲ ਸੁਣੋ ਭੈਣ ਜੀ, ਇੱਕ ਮਿੰਟ ਗੱਲ ਸੁਣੋ। ਇੱਕ ਨਾ ਫੋਟੋਗ੍ਰਾਫ ਆ ਦੁਨੀਆ ਦਾ ਮਸ਼ਹੂਰ, ਅੱਜ ਉਹਦੀ ਕੱਲ ਖਬਰ ਪੜ੍ਹ ਰਿਹਾ ਸੀ, ਕੱਲ ਲੰਬੀ ਚੌੜੀ ਸਟੋਰੀ ਮੈਂ ਸੁਣਾਊਂਗਾ ਤੁਹਾਨੂੰ। ਇੱਕੋ ਵਾਰੀ ਸ੍ਰੀ ਦਰਬਾਰ ਸਾਹਿਬ ਗਿਆ ਉਹ। ਇੱਕੋ ਵਾਰੀ ਸ੍ਰੀ ਦਰਬਾਰ ਸਾਹਿਬ ਗਿਆ ਤੇ ਉਹਨੇ ਆਪਣਾ ਵੇਸ਼ ਭੂਸ਼ਾ ਬਦਲ ਲਈ ਆ। ਸਿੱਖੀ ਕਿਸੇ ਦੀ ਨੀ ਗੀ। ਸਿੱਖੀ ਇਹ ਨਹੀਂ ਸਿੱਖਾਂ ਦੇ ਘਰ ਜੰਮੇ ਹੋਏ ਪੁੱਤ ਦੀ ਸਿੱਖੀ ਆ। ਕੋਈ ਪਤਾ ਨਹੀਂ ਕਿ ਮੇਰੇ ਘਰ ਜੰਮਿਆ ਹੋਇਆ ਮੇਰਾ ਪੁੱਤ ਜਿਹੜਾ ਉਹਨੇ ਸਿੱਖ ਬਣਨਾ ਕਿ ਸਿੱਖੀ ਦਾ ਮਾਂ ਗਦਾਰ ਬਣਨਾ। ਦੇਖੋ ਗੋਰੇ ਅਪਣਾਈ ਜਾਂਦੇ ਆ, ਉਹ ਸਿੱਖੀ ਆ ਜਿਹੜੇ, ਉਹ ਵੀ ਸਿੱਖੀ, ਉਹ ਵੀ ਸਿੱਖ ਹੀ ਆ। ਅਸੀਂ ਉਹਨਾਂ ਨੂੰ ਸਿੱਖ ਨਹੀਂ ਮੰਨਦੇ ਨਾ। ਇਹ ਸਾਡੀ ਆਪਣੀ
ਇਹ ਦੂਈ ਦਵੈਤ ਵਾਲੀ ਗੱਲ ਆ, ਅਸੀਂ ਉਹ ਵੀ ਸਿੱਖੀ ਆ। ਆਪਾਂ ਜ਼ਰੂਰੀ ਨਹੀਂ ਆਪਾਂ ਕੋਨੇ ਮੋਨੇ ਬੇਸ਼ੱਕਦੀ ਆ, ਪਰ ਆਪਣੇ ਦਿਲ 'ਚ ਡਰ ਆ, ਆਪਾਂ ਮੰਨਦੇ ਆ। ਬਣੇ ਫਿਰਦੇ ਆ ਸੋ ਕਾਲਡ ਆ ਬਾਦਲ ਹੋਏ, ਸਾਨੂੰ ਇਹਨਾਂ ਦੀ ਪਰਵਾਹ ਨਹੀਂ ਕੀ। ਨਹੀਂ ਵੇਖੋ ਚਲੋ ਨਾ ਲਓ, ਸਾਨੂੰ ਇਹਨਾਂ ਦੀ ਪਰਵਾਹ ਨਹੀਂ, ਲੰਬੜਦਾਰ ਕਹਿ ਲਓ ਤੁਸੀਂ। ਥੈਂਕ ਯੂ, ਮਿਹਰਬਾਨੀ ਭੱਟੀ ਸਾਹਿਬ। ਜੀ 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 ਕੀ ਕਹਿਣਾ ਚਾਹੋ? ਵੇਖੋ ਜੀ ਬੀਬੀ ਜੀ ਦੀਆਂ ਭਾਵਨਾ ਜਿਹੜੀਆਂ ਬੜੀਆਂ ਡੂੰਘੀਆਂ ਨੇ। ਉਹ ਕਹਿੰਦੇ ਵੀ ਵੇਖੋ ਸਾਡੇ ਅੰਦਰ ਸਿੱਖੀ ਹੋਣੀ ਚਾਹੀਦੀ, ਜੇ ਬਾਹਰ ਨਹੀਂ ਵੇਚਦਾ ਵੀ ਕੋਈ ਗੱਲ ਨਹੀਂ। ਲੇਕਿਨ ਨਹੀਂ ਬੀਬੀ ਜੀ, ਗੁਰੂ ਸਾਹਿਬ ਨੇ ਕਿਹਾ ਸਿੱਖ ਪਿਆਰਾ ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਹੀਂ, ਰਹਿਤ ਵੀ ਹੋਣੀ ਚਾਹੀਦੀ, ਰਹਿਤ ਵੀ ਹੋਣੀ ਚਾਹੀਦੀ ਹੈ। ਸਾਡੀ ਨਿਸ਼ਾਨੀ ਰਹਿਤ ਆ। ਅੱਜ ਜਦੋਂ ਮੈਂ ਆਪਣੇ ਬੇਟੇ ਦੀ ਗੱਲ ਕਰਦਾ, ਮੇਰਾ ਬੇਟਾ ਪਲੇਅਰ ਆ, ਇੰਟਰਨੈਸ਼ਨਲ ਪਲੇਅਰ। ਜਦੋਂ ਖੇਡਣ ਗਿਆ ਆਪਣੀ ਮਾਂ ਨੂੰ ਕਹਿਣ ਲੱਗਾ ਸੀ ਮੈਂ ਵਾਲ ਕਟਾ ਦੇਣੇ, ਕਹਿੰਦੀ ਫਿਰ ਘਰ ਆਉਣ ਦੀ ਲੋੜ ਨਹੀਂ। ਜਦੋਂ ਉੱਥੇ ਖੇਡਣ ਗਿਆ ਤੇ ਸਿਰ ਦੇ ਉੱਤੇ ਜਵਾਨੇ ਪੀਲਾ ਪਟਕਾ ਬੱਧਾ, ਬੜਾ ਗੋਲ ਕਰਕੇ, ਬੜਾ ਸੋਹਣਾ ਬੱਧਾ। ਜਿਹੜੀ ਅਨਾਊਂਸਰ ਸੀ ਉਹ ਬਾਰ-ਬਾਰ ਕਹਿੰਦੀ ਪੰਜਾਬ ਪੁੱਤਰ ਸਿੱਖ ਪੁੱਤਰ, ਪੰਜਾਬ ਪੁੱਤਰ ਸਿੱਖ ਪੁੱਤਰ, ਬਾਹਰ ਜਰਨੈਲ ਪੁੱਤਰ, ਬੜਾ ਕੁਛ ਅਲੰਕਾਰ ਲਾਇਆ ਨਾਲ ਉਹਦੇ। ਫਿਰ ਕਰਕੇ ਕਹਿੰਦਾ ਮਾਮਾ ਹੁਣ ਮੈਂ ਵਾਲ ਨਹੀਂ ਕਟਾਉਣੇ। ਕਹਿੰਦੀ ਜਿੰਨਾ ਉਹਨੇ ਮੈਨੂੰ ਬੂਸਟ ਕੀਤਾ, ਮੈਂ ਬੂਸਟ ਦੇ ਵਿੱਚ ਹੀ ਆਪਣੀ ਗੇਮ ਜਿੱਤ ਗਿਆ। ਹੁਣ ਮੈਂ ਪੱਟੀ ਸਾਹਿਬ ਇੱਥੋਂ ਇੱਕ ਗੱਲ ਹੋਰ ਲਵਾਂ ਕਿ ਮਾਂ ਬੱਚੇ ਨੂੰ ਜੋ ਚਾਹੇ ਬਣਾ ਸਕਦੀ, ਇੱਕ ਚੰਗੀ ਮਾਂ ਚਾਹੀਦੀ। ਨੈਪੋਲੀਅਨ ਨੇ ਕਿਹਾ ਸੀ ਮੈਂ ਚੰਗੀਆਂ ਮਾਵਾਂ ਦੇ ਦਿਓ, ਹਨਾ। ਜੀ 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 ਮਾਂ ਬੱਚੇ ਨੂੰ ਜੋ ਚਾਹੇ ਬਣਾ ਸਕਦੀ। ਮੈਨੂੰ ਗੱਲ ਬੜੀ ਚੰਗੀ ਲੱਗੀ, ਗੁਰੂ ਗੋਬਿੰਦ ਸਿੰਘ ਕਲਗੀਧਰ ਪਿਤਾ ਬਾਲ ਅਵਸਥਾ ਦੇ ਵਿੱਚ ਜਦੋਂ ਗਲੇਲੇ ਲੈ ਕੇ ਮਿੱਟੀ ਦੇ ਘੜੇ ਤੋੜਦੇ ਸੀ, ਉਸ ਵਕਤ ਚਲੋ ਕੌਤਕ ਕਹਿ ਲਓ ਜਾਂ ਰੌਚਕ ਜਾਂ ਉਹਨਾਂ ਕੋਈ ਇੱਕੋ ਖੇਡਣ, ਉਦੋਂ ਕਿਹੜੇ ਸੈੱਲਫੋਨ ਫੜੇ ਸੀ, ਉਦੋਂ ਕੋਈ ਨਿੰਟੈਂਡੋ ਗੇਮਾਂ ਸੀ। ਉਦੋਂ ਗਲੇਲੇ, ਅਸੀਂ ਆਪਣੀ ਜਵਾਨੀ ਦੇ ਵਿੱਚ ਅਸੀਂ ਜਦੋਂ ਛੋਟੇ ਹੁੰਦੇ ਸੀ ਗਲੇਲੇ ਰੇਗਲੇ ਬਣਾ ਕੇ, ਹਾਂਜੀ, ਤੇ ਚਲਾਉਂਦੇ ਨਹੀਂ ਹੁੰਦੇ ਗਲੇਲੇ। ਕਬੂਤਰੀਆਂ ਨੂੰ ਐਵੇਂ ਪਤਾ ਹੀ ਨਹੀਂ ਹੁੰਦਾ ਵਿਚਾਰੇ ਇਨੋਸੈਂਟ ਮਾਰ ਛੱਡਣੇ, ਚਿੜੀਆਂ ਮਾਰ ਛੱਡਣੀਆਂ, ਹਨਾ। ਬਿਲਕੁਲ ਬਿਲਕੁਲ। ਤੇ ਉਹ ਗਲੇਲੇ ਤੇ ਮਾਰ ਕੇ ਤੇ ਮਿੱਟੀ ਦੇ ਭਾਂਡੇ ਤੋੜ ਦਿੰਦੇ ਸੀ। ਤੇ ਮਾਤਾ ਗੁਜਰ ਕੌਰ ਜੀ ਦੇ ਕੋਲ ਜਦੋਂ ਉਹ ਆ ਕੇ ਸ਼ਿਕਾਇਤ ਗਈ ਤੇ ਗਾਗਰਾਂ ਦੇ ਭਾਂਡੇ ਦੇ ਦਿੱਤੇ, ਪਿੱਤਲ ਦੇ ਭਾਂਡੇ ਗਾਗਰਾਂ ਦੇ ਦਿੱਤੀਆਂ, ਹਨਾ, ਵੀ ਚਲੋ ਜਾਓ ਵੀ ਤੁਹਾਡੇ ਕੋਲ। ਤੇ ਜਦੋਂ ਚੱਲੇ ਸੀ ਨਾ ਗੁਰੂ ਗੋਬਿੰਦ ਸਿੰਘ ਜੀ ਛੋਟੀ ਬਾਲ ਅਵਸਥਾ ਦੇ ਵਿੱਚ ਗਲੇਲਾ ਲੈ ਕੇ ਫੇਰ ਨਿਕਲਣ ਵੀ ਚਲੋ ਅੱਜ ਆਉਣਾ ਪਾਣੀ ਭਰ ਕੇ ਤੇ ਮਾਰਦਾ ਨਿਸ਼ਾਨਾ, ਤੇ ਮਾਤਾ ਜੀ ਨੇ ਰੋਕ ਲਿਆ, ਪੁੱਤਰ ਅੱਜ ਇਸ ਗਲੇਲ ਨਾਲ ਗੱਲ ਨਹੀਂ ਬਣਨੀ, ਆ ਫੜ ਤੀਰ ਕਮਾਨ। ਜੇ ਉਹ ਪਿੱਤਲ ਦੀ ਗਾਗਰਾਂ ਦੇ ਵਿੱਚੋਂ ਅੱਜ ਤੇਰਾ ਤੀਰ ਲੰਘ ਗਿਆ ਤੇ ਫਿਰ ਤੂੰ ਜ਼ਾਲਮਾਂ ਦੀਆਂ ਛਾਤੀਆਂ ਦੇ ਵਿੱਚੋਂ ਤੀਰ ਲੰਘਾਏਗਾ। ਮਾਂ ਹੋਣੀ ਚਾਹੀਦੀ ਇਹੋ ਜੀ। ਜੀ 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 ਜੀ। ਤੇ ਜੇ ਮਾਂ ਨੇ ਸਾਰੀ ਦਿਹਾੜੀ ਕੰਪਿਊਟਰ ਦੇ ਉੱਤੇ ਬੈਠੇ ਰਹਿਣਾ ਵਾ, ਕਿਟੀ ਤੇ ਜਾਣਾ ਤੇ ਫੋਨ ਜਿਹੜੀ ਫਿਰ ਟਿਕਟੌਕ ਤੇ ਲੱਗੀ ਰਹਿਣਾ, ਤੇ ਫਿਰ ਬੱਚੇ ਗਾਂ ਕਿਹੋ ਜਿਹੇ ਨਿਕਲਣੇ ਨੇ, ਇਹ ਦੇਖਣ ਦੀ ਗੱਲ ਆ। ਤੇ ਮਾਂ ਨੇ ਜੇਕਰ ਡਰਾਮੇ ਦੇਖਣੇ ਤੇ ਜਿਹੋ ਜਿਹੇ ਉੱਥੇ ਪਖੰਡੀ ਸਾਧ ਤੇ ਪਖੰਡੀ ਬਾਬਿਆਂ ਨੂੰ, ਤੇ ਜੇ ਉਹਨੇ ਉਹੀ ਕੁਝ ਵੇਖ ਕੇ ਤੇ ਘਰ ਦੇ ਵਿੱਚ ਉਹ ਚੀਜ਼ਾਂ ਅਪਣਾਉਣੀਆਂ ਨੇ, ਤੇ ਫਿਰ ਤੁਸੀਂ ਭੁੱਲ ਜਾਓ। ਫਿਰ ਸਿੱਖੀ ਜਿੰਨਾ ਕੋਈ ਹੈਗੀ ਉਹਨਾਂ ਨੇ ਸੰਭਾਲੀ ਹੋਈ ਆ। ਬਿਲਕੁਲ ਸੰਭਾਲੀ, ਬਿਲਕੁਲ ਸੰਭਾਲੀ। ਇਹਨਾਂ ਨੂੰ ਛੱਡ ਦਿਓ, ਤੁਸੀਂ ਨਾ ਮਗਰ ਨਾ ਲੱਗੋ ਜਿਹੜੇ ਚੌੜੇ ਹੋ ਕੇ ਤੁਰੇ ਫਿਰਦੇ ਹੁੰਦੇ ਪਾ ਕੇ ਹਜੂਰੀਆ ਗੱਲ ਦੇ ਵਿੱਚ ਤੇ ਬਾਬੇ ਨੂੰ ਡਰਾਉਣ ਤੁਰੇ ਹੁੰਦੇ, ਉਹਨਾਂ ਕੋਲ ਨਾ ਡਰਿਆ ਕਰੋ, ਆਪ ਹੀ ਡਰੇ ਹੁੰਦੇ ਹੋ। ਨਹੀਂ ਉਹ ਤੇ ਵੇਖੋ ਜੀ, ਜਿਹੜੇ ਜਥੇ ਦੇ ਭਰਤੀ ਕੀਤਾ ਉਹਨਾਂ ਕਿਹਾ ਜੀ ਵੇਖੋ ਜਿਹੜੀ ਸਾਡੀ ਆ ਜਥੇਦਾਰ ਸਾਹਿਬ ਜਿਹੜੀ ਤੁਸੀਂ ਬਾਹਰ ਬਹਿ ਜਾਓ, ਇੱਥੇ ਬਾਹਰ ਜਥੇਦਾਰ ਸੇਵ ਕਰਦੇ, ਜਥੇਦਾਰ ਸਾਹਿਬ ਸੇਵ ਕਰਦੇ ਨਾ, ਬਾਅਦ ਚ ਕੀ ਗੱਲ ਕਰਦੇ ਜੀ। ਹੁਣ ਉਹ ਜਥੇਦਾਰ ਆ ਗਏ ਤੇ ਫਿਰ ਉਹਨਾਂ ਨੇ ਕੀ ਲੈਣਾ ਸਿੱਖੀ ਕੋਲ, ਨਾਲੇ 1950 ਦੀ ਸਿੱਖੀ ਦਾ ਭੋਗ ਪਾਤਾ ਵੀ ਸਾਨੂੰ ਲੋੜ ਹੀ ਨਹੀਂ ਸਿੱਖੀ ਦੀ। ਬਸ ਮਿਹਰਬਾਨੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ। ਭੱਟੀ ਸਾਹਿਬ ਬੜੀ ਵੱਡੀ ਗੱਲ ਕਹਿ ਗਏ ਹੋ। ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਇਹੋ ਜਿਹੇ ਜਥੇਦਾਰ ਵੀ ਬਹਿ ਜਾਓ, ਜਥੇਦਾਰ ਸੇਵ ਕਰਦੇ ਦੇ ਅੰਦਰ। ਇਹ ਤਾਂ ਪੰਜਾਬ ਪਾਰਟੀ ਚ ਹੋ ਸਕਦੇ, ਸ਼੍ਰੋਮਣੀ ਅਕਾਲੀ ਦਲ ਚ ਨਹੀਂ ਹੋ ਸਕਦਾ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, CNN ਟੋਰਾਂਟੋ।